ਵਾਹਿਗੁਰੂ ਨਾਰਾਇਣ ਦਾ ਨਾਮ ਜਪਣ ਵਾਲੇ, ਵਾਹਿਗੁਰੂ ਨਾਰਾਇਣ ਕਹਿਣ ਵਾਲੇ ਨਰਕ ਨਹੀਂ ਜਾਣੇ ਪਾਉਂਦੇ। ਵਾਹਿਗੁਰੂ ਨਾਰਾਇਣ ਦੀ ਸੱਚੀ ਭਗਤੀ ਸਰਬ ਫਲਾਂ ਦੀ ਦਾਤੀ ਹੈ। ਵਾਹਿਗੁਰੂ ਨਾਰਾਇਣ ਦਾ ਨਾਮ ਸੁਣ ਕੇ ਹੀ ਜਮ ਛੱਡ ਜਾਂਦੇ ਹਨ ਅਤੇ ਭੱਜ ਕੇ ਦੂਰ ਚਲੇ ਜਾਂਦੇ ਹਨ। ਵਾਹਿਗੁਰੂ ਦਾ ਨਾਮ ਮਾਇਆ ਰੂਪੀ ਡਾਇਣ ਦੇ ਦੰਦ ਭੰਨ ਦਿੰਦਾ ਹੈ। ਯਥਾ ਗੁਰਵਾਕ नारायण कहते नरक न जाहें, नारायण सेव सगल फल पाहें। नारायण कहत जम भाग पलायण, नारायण दंत भाने डायण। गौंड महला पंजवां। वाहिगुरू दा नाम अठे पैर ध्याउण हारियां दे जमुआं नेड़े नहीं आउंदा। ताहीं ते गुरु के सिख सवास सवास गुरु गुरु वाहिगुरू वाहिगुरू ही जपदे रहिंदे हन। ऐसे जन ਅੱਗੇ ਜਾ ਕੇ ਸੱਚੀ ਦਰਗਾਹ ਜਾਏ ਉਬਰਦੇ ਹਨ ਅਤੇ ਸਾਕਤ ਨਿੰਦਕ ਨਰ ਨਰਕਾਂ ਵਿੱਚ ਵਾਸ ਜਾ ਪਾਉਂਦੇ ਹਨ। ਯਥਾ ਗੁਰਵਾਕ ਆਠ ਪਹਿਰ ਜਨ ਏਕ ਧਿਆਏ, ਜਮੂਆਂ ਤਾਕੈ ਨਿਕਟ ਨ ਜਾਏ। ਗੁਰ ਕੈ ਸਿੱਖ ਸਤਿਗੁਰੂ ਧਿਆਇਆ, ਜਨ ਉਬਰੇ ਨਿੰਦਕ ਨਰਕ ਪਾਇਆ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤੈ ਹਰ ਦੁਆਰੇ। ਗੌਂਡ ਅਸ਼ਟਪਦੀਆਂ ਮਹੱਲਾ ਪੰਜਵਾਂ। ਇਸ ਗੁਰਵਾਕ ਦੀਆਂ ਪਿਛਲੀਆਂ ਦੋ ਤੁਕਾਂ ਦੱਸਦੀਆਂ ਹਨ ਕਿ ਇਹ ਉੱਪਰ ਦੱਸੇ ਬਚਨ ਬਿਲਕੁਲ ਸੱਚ ਹਨ। ਇਹਨਾਂ ਬਚਨਾਂ ਅੰਦਰ ਦੱਸਿਆ ਵਰਤਾਰਾ ਜ਼ਰੂਰ ਵਰਤੇਗਾ। ਇਹ ਧੁਰ ਦੀ ਦਰਗਾਹ ਦੇ ਬਚਨ ਹਨ, ਖਾਲੀ ਨਹੀਂ ਜਾਣੇ। ਮਤ ਕੋਈ ਖਿਆਲ ਕਰੇ ਕਿ ਇਹ ਐਵੇਂ ਪੁਚਲਾਉਣ ਲਈ ਹੀ ਉਚਾਰੇ ਗਏ ਹਨ। ਸਤਿਆਰਥੀ ਭਾਵ ਵਾਲੇ ਯਕੀਨੀ ਬਚਨ ਹਨ। ਹੇ ਸੱਚੜੇ ਮੀਤ ਪਿਆਰਿਓ, ਗੁਰੂ ਕੇ ਸਿੱਖੋ, ਇਹਨਾਂ ਬਚਨਾਂ ਨੂੰ ਸਤ ਸਤ ਕਰਕੇ ਮੰਨੋ। ਨਾਮ ਬਿਹੂਣਿਆਂ ਦਾ ਜੀਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅਗਨੀ ਵਿੱਚ ਜਲ ਬਲ ਕੇ ਦਗਧ ਹੋਇਆ ਵਿਆ ਹੁੰਦਾ ਹੈ। ਕਾਮ ਵਾਸ਼ਨਾ ਵਾਲਿਆਂ ਦਾ ਮਨ ਸਦਾ ਹੀ ਡੋਲਦਾ ਰਹਿੰਦਾ ਹੈ। ਉੱਪਰੋਂ ਪਖੰਡ ਧਰਮੀ ਸਦਾਇਕ ਹੈ, ਜਤੀ ਬਣ ਬਣ ਬਹਿੰਦੇ ਹਨ, ਪਰ ਲੱਖ ਯਤਨ ਕੀਤਿਆਂ ਵੀ ਉਹ ਕਾਮ ਉੱਤੇ ਹਾਵੀ ਨਹੀਂ ਹੋ ਸਕਦੇ। ਡੋਲ ਡੋਲ ਕੇ ਬਿਬਚਾਰੀ ਬਣ ਜਾਂਦੇ ਹਨ ਅਤੇ ਸਿੱਧੇ ਨਰਕਾਂ ਵਿਖੇ ਜਾ ਸਿਧਾਉਂਦੇ ਹਨ। ਯਥਾ ਗੁਰਵਾਕ ਜਤਨ ਕਰੈ ਬਿੰਦ ਕਿਵੇਂ ਨਾ ਰਹਾਈ, ਮਨੂਆ ਡੋਲੈ ਨਰਕੇ ਪਾਈ। ਜੰਪੁਰ ਬਾਧੋ ਲਹੈ ਸਜ਼ਾਈ, ਬਿਨ ਨਾਵੇਂ ਜਿਉ ਜਲ ਬਲ ਜਾਈ। ਰਾਮ ਕਲੀ ਮਹੱਲਾ ਪਹਿਲਾ। ਇਸ ਗੁਰਵਾਕ ਤੋਂ ਵੀ ਜੰਪੁਰੀ ਸਿੱਧ ਹੁੰਦੀ ਹੈ, ਜਿੱਥੇ ਕਿ ਨਰਕ ਸਿਧਾਰਨ ਤੋਂ ਪਹਿਲਾਂ ਨਰਕੀ ਜੀਉ ਨੂੰ ਸਜ਼ਾਈ ਮਿਲਦੀਆਂ ਹਨ। ਜਿਨ੍ਹਾਂ ਨੇ ਕੁੜਾਵਿਆਂ ਲਾਲਚਾਂ ਵਿੱਚ ਲੱਗ ਕੇ ਨਾਮ ਉੱਕਾ ਹੀ ਵਿਸਾਰ ਦਿੱਤਾ ਹੈ, ਉਹਨਾਂ ਦਾ 84 ਦੇ ਗੇੜ ਵਿੱਚ ਹੀ ਸਾਰਾ ਜਨਮ ਜੀਵਨ ਬਤੀਤ ਹੁੰਦਾ ਹੈ ਤੇ ਮਰਨ ਸਮੇਂ ਜਦੋਂ ਜਮ ਆ ਕੇ ਸਿਰ ਦੇ ਵਾਲਾਂ ਤੋਂ ਫੜ ਕੇ ਉਹਨਾਂ ਨੂੰ ਮਾਰਦਾ ਹੈ, ਉਹਨਾਂ ਨੂੰ ਕਾਲ ਦੇ ਮੁਖ ਵਿੱਚ ਗਿਆ ਜਮਾਂ ਦੀ ਮਾਰ ਤੇ ਮਾਰ ਪੈਂਦੀ ਹੈ। ਬਿਨਾਂ ਗੁਰ ਸ਼ਬਦ ਗੁਰਮਤ ਨਾਮ ਦੇ ਗਤਪਤ ਕਿਤੇ ਨਹੀਂ ਪੈਂਦੀ। ਬਸ ਨਾਮ ਤੋਂ ਸੁੰਝੇ ਨਰਕ ਹੀ ਸਿਧਾਉਂਦੇ ਹਨ। ਯਥਾ ਗੁਰਵਾਕ ਲਾਲਚ ਲਾਗੈ ਨਾਮ ਵਿਸਾਰਿਓ, आवत जावत जन्म गया। जां जम धाये केस गह मारै, सुरत नहीं मुख काल गया। बिन गुर शब्द न गत पत पावैं, राम नाम बिन नरक गया। राम कली महला पहला। जिन्हां वडभागियां ने नाम निधान पाया है, गुरु नानक साहिब फरमाउंदे हन कि ਉਹ ਨਰਕਾਂ ਨੂੰ ਨਹੀਂ ਜਾਣਗੇ। ਯਥਾ ਗੁਰਵਾਕ ਨਾਮ ਨਿਧਾਨ ਪਾਇਆ ਵਡਭਾਗੀ, ਨਾਨਕ ਨਰਕ ਨ ਜਾਈ। ਰਾਮ ਕਲੀ ਮਹੱਲਾ ਪੰਜਵਾਂ। ਅਸ਼ਟਪਦੀਆਂ। ਜਿਨ੍ਹਾਂ ਦਾ ਮਨ ਸਦਾ ਜੰਜਾਲਾਂ ਵਿਖੇ ਵਿਹੜਿਆ ਹੋਇਆ ਹੈ, ਉਹ ਸਾਰੀ ਉਮਰ ਜੰਜਾਲਾਂ ਵਿਖੇ ਹੀ ਖਪਤ ਖਚਤ ਰਹਿੰਦੇ ਹਨ। ਝੂਠੀਆਂ ਗੱਲਾਂ ਵਿੱਚ ਹੀ ਝੂਠ ਮੂਠੀਆਂ ਕਰਤੂਤਾਂ ਵਿੱਚ ਲੱਥ-ਪੱਥ ਰਹਿੰਦੇ ਹਨ। ਝੂਠ ਅਤੇ ਝੂਠ ਜੀਵਨੀ ਜੀਓ ਨਿਰਾ ਕਾਲ ਦਾ ਹੀ ਖਾਜਾ ਹੈ। ਐਸੇ ਪਾਪੀ ਜੀਵ ਨਾ ਤਾਂ ਜਮਕਾਲ ਦੀਆਂ ਚੋਟਾਂ ਤੋਂ ਬਚ ਸਕਦੇ ਹਨ, ਨਾ ਉਹ ਅੱਗੇ ਜਾ ਕੇ ਨਰਕਾਂ ਵਿੱਚ ਪੈਣੋਂ ਰਹਿ ਸਕਦੇ ਹਨ। ਜ਼ਰੂਰ ਨਰਕਾਂ ਵਿੱਚ ਪੈਣਗੇ ਅਤੇ ਜਮਾਂ ਦੀਆਂ ਚੋਟਾਂ ਸਹਿਣਗੇ। ਨਾਮ ਬਿਨਾਂ ਛੁਟਕਾਰਾ ਨਹੀਂ। ਨਾਮ ਬਿਹੂਣੜੇ ਨਰ ਪਾਪਾਂ ਵਿੱਚ ਹੀ ਪਚ ਕੇ ਰਿਝਦੇ ਕ੍ਰਿਝਦੇ ਹਨ। ਯਥਾ ਗੁਰਵਾਕ ਨਰਕ ਪੜਨ ਤੋਂ ਕਿਉਂ ਰਹੈ, ਕਿਉਂ ਬੰਚੈ ਜਮਕਾਲ। ਕਿਉਂ ਆਵਣ ਜਾਣਾ ਵੀਸਰੈ, ਝੂਠ ਬੁਰਾ ਖੈ ਕਾਲ। ਮਨ ਜੰਜਾਲੀ ਵੇੜਿਆ ਵੀ ਜੰਜਾਲਾਂ ਮਾਹੇ, ਵਿਣ ਨਾਵੇਂ ਕਿਉਂ ਛੂਟੀਐ, ਪਾਪੇ ਪਚੈ ਪਚਾਹੇ। ਰਾਮ ਕਲੀ ਮਹੱਲਾ ਪਹਿਲਾ। ਦੱਖਣੀ ਓਅੰਕਾਰ। ਅਗਲਾ ਗੁਰਵਾਕ ਦੱਸਦਾ ਹੈ
ਕਿ ਓਅੰਕਾਰ ਦੇ ਪਸਾਰੇ ਦੇ ਨਾਲ ਹੀ ਨਰਕ ਸੁਰਗ ਅਤੇ ਨਰਕ ਸੁਰਗਾਂ ਦੇ ਅਵਤਾਰੇ ਦੀ ਰਚਨਾ ਹੋਈ ਹੈ। ਭਾਵ ਨਰਕ ਸੁਰਗ ਰਚਨਹਾਰ ਕਰਤਾਰ ਦੇ ਹੀ ਮੁੱਢ ਤੋਂ ਰਚੇ ਹੋਏ ਅਦ੍ਰਿਸ਼ਟ ਮੰਡਲੀ ਤਬਕੇ ਹਨ। ਐਵੇਂ ਫਰਜ਼ੀ ਕਹਾਵਤਾਂ ਹੀ ਨਹੀਂ, ਵਾਸਤਵੀ ਹੁੰਦਾ ਹਨ। ਯਥਾ ਗੁਰਵਾਕ ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਤ੍ਰੈਗੁਣ ਕੀਆ ਪਸਾਰਾ ਨਰਕ ਸੁਰਗ ਅਵਤਾਰਾ। ਮਾਰੂ ਮਹੱਲਾ ਪੰਜਵਾਂ ਘਰ ਚੌਥਾ। ਤ੍ਰੈਗੁਣੀ ਪਸਾਰੇ ਦੇ ਨਾਲ ਹੀ ਨਰਕ ਸੁਰਗ ਅਵਤਾਰੇ ਦਾ ਪਸਾਰਾ ਰਚਿਆ ਗਿਆ ਹੈ। ਚੰਦ ਸੂਰਜ ਗਹਿਣਾਰੀ ਰਚਨਾ ਜਦੋਂ ਰਚੀ ਗਈ, ਦਿਨ ਰਾਤੀ ਜਦੋਂ ਬਣਾਈਆਂ ਗਈਆਂ, ਤਦੋਂ ਹੀ ਨਰਕ ਸੁਰਗ ਦੀ ਰਚਤ ਰਚਨਾ ਰਚੀ ਗਈ। ਐਸੀ ਮੁਹਕਮ ਸ਼ਹਾਦਤ ਦੇ ਹੁੰਦਿਆਂ ਕੌਣ ਸਿੱਖ ਹੈ ਜੋ ਨਰਕ ਸੁਰਗ ਮੰਡਲਾਂ ਦੀ ਹੋਂਦ ਤੋਂ ਮੁਨਕਰ ਹੋ ਸਕਦਾ ਹੈ। ਬੇਅੰਤ ਰਚਨਾਵਾਂ ਵਿੱਚੋਂ ਨਰਕ ਸੁਰਗਾਂ ਦੀ ਤਬਕ ਮੰਡਲੀ ਰਚਨਾ ਵੀ ਵੱਖਰੀ ਹੈ। ਤ੍ਰੈਗੁਣੀ ਪਸਾਰੇ ਦੀ ਉਤਪਤੀ ਦੇ ਸੰਗ ਸਾਥ ਹੀ ਨਰਕ ਸੁਰਗ ਦੀ ਉਤਪਤੀ ਵੀ ਇੱਕ ਮੰਨਣਯੋਗ ਗੁਰਮਤ ਅਸੂਲ ਸਿਧਾਂਤੀ ਸਤਤਾ ਹੈ, ਜਿਸ ਤੋਂ ਕੋਈ ਸਿੱਖ ਨਾਮ ਲੇਵਾ ਸਿਰ ਨਹੀਂ ਫੇਰ ਸਕਦਾ। ਵਾਹਿਗੁਰੂ ਅਤੇ ਵਾਹਿਗੁਰੂ ਨਾਮ ਨੂੰ ਵਿਸਾਰਨ ਵਾਲਾ ਹਰ ਪ੍ਰਾਣੀ ਅਗਲੀ ਦਰਗਾਹੇ ਨਰਕ ਵਿੱਚ ਪਾਇਆ ਜਾਂਦਾ ਹੈ, ਜਿੱਥੇ ਕੋਈ ਵੀ ਸਹਾਈ ਨਹੀਂ ਹੁੰਦਾ, ਨਾ ਕੋਈ ਬੰਧਪ ਮੀਤ ਤੇ ਨਾ ਕੋਈ ਮਾਂ ਜਾਇਆ ਭਾਈ, ਨਾ ਮਾਤ ਪਿਤਾ। ਯਥਾ ਗੁਰਵਾਕ ਪ੍ਰਭ ਬਿਸਰਤ ਨਰਕ ਮੈਂ ਪਾਇਆ, ਤੈ ਮਾਤ ਨ ਬੰਧ ਨ ਮੀਤ ਨ ਜਾਇਆ। ਮਾਰੂ ਮਹੱਲਾ ਪੰਜਵਾਂ। ਹੋਰ ਇਸੇ ਗੁਰਵਾਕ ਦੀ ਪ੍ਰੋੜਤਾ ਇਸ ਅਗਲੇ ਗੁਰਵਾਕ ਵਿੱਚ ਇਉਂ ਹੈ। ਬਿਸਰਤ ਨਾਮ ਐਸੇ ਦੋਖ ਲਾਗੈ, ਜਮ ਮਾਰ ਸਮਾਰੇ ਨਰਕ ਖਰੇ। ਮਾਰੂ ਮਹੱਲਾ ਪਹਿਲਾ। ਭਾਵ ਨਾਮ ਦੇ ਬਿਸਰਨ ਕਰਕੇ ਐਸੇ ਦੋਖ ਲੱਗਦੇ ਹਨ ਕਿ ਨਾਮ ਵਿਸਾਰਨ ਹਾਰਿਆਂ ਸਾਕਤਾਂ ਨੂੰ ਮਰਨ ਪਛਾਤ ਮਾਰ ਕੇ ਜਮਦੂਤ ਆਪਣੇ ਕਾਬੂ ਵਿੱਚ ਕਰ ਲੈਂਦੇ ਹਨ ਅਤੇ ਨਰਕਾਂ ਵਿੱਚ ਬੰਨ੍ਹ ਕੇ ਲੈ ਜਾਂਦੇ ਹਨ। ਅਤੇ ਅਗਲਾ ਗੁਰਵਾਕ ਹਾਮੀ ਭਰਦਾ ਹੈ ਕਿ ਉਸ ਦੇ ਦੁੱਖ ਦਰਦ ਕਲੇਸ਼ ਸਭ ਦੂਰ ਹੋ ਜਾਂਦੇ ਹਨ, ਜਿਸ ਦੇ ਵਾਹਿਗੁਰੂ ਮਨ ਵਿੱਚ ਵਸ ਜਾਂਦਾ ਹੈ। ਫਿਰ ਉਸ ਨੂੰ ਮੌਤ ਦਾ ਦੁੱਖ ਨਹੀਂ ਹੁੰਦਾ। ਅੱਗੇ ਜਾ ਕੇ ਨਰਕ ਤੇ ਨਰਕਾਂ ਦੇ ਅਸਥਾਨ ਬਿਖੜੇ ਉਸ ਨੂੰ ਝਾਗਣੇ ਨਹੀਂ ਪੈਂਦੇ, ਨਾ ਹੀ ਬਿਖ ਮਾਇਆ ਉਹਨਾਂ ਨੂੰ ਇੱਥੇ ਪਹੁੰਚਦੀ ਹੈ। ਯਥਾ ਗੁਰਵਾਕ ਦੁਖ ਦਰਦ ਕਲੇਸ਼ ਬਿਨਸੈ, ਜਿਸ ਬਸੈ ਮਨ ਮਾਹੇ, ਮਿਰਤ ਨਰਕ ਅਸਥਾਨ ਬਿਖੜੇ, ਬਿਖ ਨ ਪੋਹੈ ਤਾਹੇ। ਮਾਰੂ ਮਹੱਲਾ ਪੰਜਵਾਂ। ਇਹ ਗੁਰਵਾਕ ਸਾਫ਼ ਸ਼ਾਦੀ ਭਰਦਾ ਹੈ ਕਿ ਅਗਲੇ ਲੋਕ ਵਿੱਚ ਨਰਕ ਆਦਿਕ ਬਿਖੜੇ ਅਸਥਾਨ ਬਣੇ ਹੋਏ ਹਨ, ਜੋ ਨਾਮ ਨਾਮੀ ਮੁਨਕਰਾਂ ਲਈ ਰਿਜ਼ਰਵ ਰੱਖੇ ਹੋਏ ਹਨ। ਪਾਪੀ ਪੁਰਸ਼ਾਂ ਨੂੰ ਅਵਸ਼ ਅੱਗੇ ਜਾ ਕੇ ਖੁਆਰੀ ਹੈ, ਤਿਨਾਂ ਨੂੰ ਅਜ਼ਰਾਈਲ ਜਮਦੂਤ ਫਰਿਸ਼ਤਾ ਫੜ ਕੇ ਕੋਹੇਗਾ। ਸਿਰਜਣਹਾਰ ਦੇ ਹੁਕਮ ਨਾਲ ਉਹ ਦੋਜ਼ਖ ਨਰਕ ਵਿੱਚ ਪਾਏ ਜਾਣਗੇ ਅਤੇ ਧਰਮ ਰਾਏ ਰੂਪੀ ਬਾਣੀਆਂ ਉਹਨਾਂ ਤੋਂ ਲੇਖਾ ਮੰਗੇਗਾ। ਯਥਾ ਗੁਰਵਾਕ ਪਾਪ ਕਰਿੰਦੜ ਸਰ ਪਰ ਮੁੱਠੇ, ਅਜਰਾਈਲ ਫੜ ਕੁੱਠੇ, ਦੋਜ਼ਖ ਪਾਏ ਸਿਰਜਣਹਾਰੈ, ਲੇਖਾ ਮੰਗੈ ਬਾਣੀਆਂ। ਮਾਰੂ ਮਹੱਲਾ ਪੰਜਵਾਂ। ਇਸ ਗੁਰਵਾਕ ਦੁਆਰਾ ਅਜ਼ਰਾਈਲ ਮੌਤ ਦੇ ਫਰਿਸ਼ਤੇ, ਦੋਜ਼ਖ ਅਤੇ ਧਰਮ ਰਾਏ ਤਿਹਾਂ ਦੀ ਹੋਂਦ ਸਿੱਧ ਹੁੰਦੀ ਹੈ। ਨਰਕ ਦੀ ਹੋਂਦ ਬਾਰੇ ਅਗਲਾ ਗੁਰਵਾਕ ਵਿਸਥਾਰ ਪੂਰਵਕ ਸ਼ਾਦੀ ਭਰਦਾ ਹੈ। ਸਤਿਗੁਰ ਬਾਝੋਂ ਮੁਕਤ ਕਿਨੇਹੀ, ਉਹ ਆਦ ਜੁਗਾਦੀ ਰਾਮ ਸਨੇਹੀ, ਦਰਗਾਹ ਮੁਕਤ ਕਰੇ ਕਰ ਕਿਰਪਾ, ਬਖਸ਼ੇ ਅਵਗੁਣ ਕੀਨਾ ਹੈ। ਸਤਿਗੁਰ ਦਾਤਾ ਮੁਕਤ ਕਰਾਏ, ਸਭ ਰੋਗ ਗਵਾਏ, ਅੰਮ੍ਰਿਤ ਰਸ ਪਾਏ, ਜਮ ਜਾ ਗਾਤ ਨਾਹੀ ਕਰ ਲਾਗੈ, ਜਿਸ ਅਗਨ ਬੁਝੀ ਠਰ ਸੀਨਾ ਹੈ। ਨਾਮ ਵਿਸਾਰ ਦੋਖ ਦੁਖ ਸਈਐ, ਹੁਕਮ ਭਇਆ ਚੱਲਣਾ ਕਿਉਂ ਰਹੀਐ, ਨਰਕ ਕੂਪ ਮਹਿ ਗੋਤੇ ਖਾਵੈ, ਜਿਉ ਜਲ ਤੇ ਬਾਹਰ ਮੀਨਾ ਹੈ। 84 ਨਰਕ ਸਾਕਤ ਭੋਗਾਈਐ, ਜੈਸਾ ਕੀਚੈ ਤੈਸੋ ਪਾਈਐ, ਸਤਿਗੁਰ ਬਾਝੋਂ ਮੁਕਤ ਨ ਹੋਈ, ਕਿਰਤ ਬਾਧਾ ਗ੍ਰਸ ਦੀਨਾ ਹੈ। ਖੰਡੇ ਧਾਰ ਗਲੀ ਅਤ ਭੀੜੀ, ਲੇਖਾ ਲੀਜੈ ਤਿਲ ਜਿਉ ਪੀੜੀ, ਮਾਤ ਪਿਤਾ ਕਲਤਰ ਸੁਤ ਬੇਲੀ ਨਾਹੀ, ਬਿਨ ਹਰ ਰਸ ਮੁਕਤ ਨ ਕੀਨਾ ਹੈ। ਇਕ ਦਰ ਸੇਵੈ ਦਰਦ ਵੰਜਾਏ, ਓਏ ਦਰਗਾਹ ਪੈਦੇ ਸਤਿਗੁਰੂ ਛਡਾਏ, ਹਉਮੈ ਬੰਧਨ ਸਤਿਗੁਰ ਤੋੜੇ, ਚਿਤ ਚੰਚਲ ਚੱਲਣ ਨ ਦੀਨਾ ਹੈ। ਮਾਰੂ ਮਹੱਲਾ ਪਹਿਲਾ। ਭਾਵ ਸਤਿਗੁਰੂ ਬਾਝੋਂ ਮੁਕਤ ਕੈਸੀ? ਮੁਕਤੀ ਸਤਿਗੁਰੂ ਬਾਝੋਂ ਮਿਲ ਹੀ ਨਹੀਂ ਸਕਦੀ। ਆਦ ਜੁਗਾਦੀ ਸਤਿਗੁਰੂ ਹੀ ਰਾਮ ਸਨੇਹੀ ਬੇਲੀ ਹੈ। ਉਹੀ ਕਿਰਪਾ ਧਾਰ ਕੇ ਦਰਗਾਹ ਅੰਦਰ ਮੁਕਤ ਕਰਾਵਣ ਹਾਰਾ ਹੈ
ਅਤੇ ਕੀਤੇ ਔਗੁਣਾਂ ਨੂੰ ਬਖਸ਼ਣਹਾਰਾ ਹੈ। ਸਤਿਗੁਰੂ ਹੀ ਮੁਕਤ ਕਰਾਉਣਹਾਰਾ ਦਾ ਤਾਰਾ ਹੈ। ਅੰਮ੍ਰਿਤ ਰਸ ਅੰਮ੍ਰਿਤ ਅਧਿਕਾਰੀਆਂ ਦੇ ਘਟ ਅੰਦਰ ਪ੍ਰਵੇਸ਼ ਕਰਕੇ ਸਭ ਰੋਗ ਮਿਟਾਵਣਹਾਰਾ ਹੈ। ਜਿਨ੍ਹਾਂ ਉੱਤੇ ਐਸੀ ਸਤਿਗੁਰੂ ਦੀ ਨਦਰ ਮਿਹਰ ਹੋਈ ਹੈ, ਉਹਨਾਂ ਨੂੰ ਅੱਗੇ ਗਿਆਂ ਜਮਜਾ ਗਾਤੀਆ ਡਨ ਜਜ਼ੀਆ ਨਹੀਂ ਲੱਗਦਾ। ਉਹਨਾਂ ਦੇ ਸੀਨਿਆਂ ਦੀ ਅਗਨੀ ਬੁਝੀ ਹੋਈ ਹੁੰਦੀ ਹੈ। ਨਾਮ ਦੀ ਠੰਡ ਨਾਲ ਉਹਨਾਂ ਦੇ ਸੀਨੇ ਠਰੇ ਹੋਏ ਹੁੰਦੇ ਹਨ। ਜੋ ਨਾਮ ਨੂੰ ਵਿਸਾਰਦੇ ਹਨ, ਸੋਈ ਦੁਖੀ ਦੁੱਖ ਸਹਿੰਦੇ ਹਨ। ਸਾਰੀ ਉਮਰ ਹੀ ਪਾਪਾਂ ਵਿੱਚ ਗੁਜ਼ਾਰ ਲੈਂਦੇ ਹਨ। ਜਦੋਂ ਅੰਤੀ ਅਵਸਰ ਸਿਰ ਤੇ ਆਉਂਦਾ ਹੈ, ਉਦੋਂ ਚੱਲਣਾ ਹੀ ਬਣਦਾ ਹੈ। ਹੁਕਮ ਹੀ ਚੱਲਣ ਦਾ ਹੁੰਦਾ ਹੈ, ਕਿਵੇਂ ਕੋਈ ਠਹਿਰ ਸਕਦਾ ਹੈ। ਜਿਹੜਾ ਪ੍ਰਾਣੀ ਸਾਰੀ ਉਮਰ ਪਾਪ ਹੀ ਪਾਪ ਕਮਾਉਂਦਾ ਹੈ ਅਤੇ ਨਾਮ ਇੱਕ ਨਿਮਕ ਵੀ ਨਹੀਂ ਧਿਆਉਂਦਾ, ਉਹ ਨਰਕ ਰੂਪੀ ਖੂਹ ਵਿੱਚ ਅੱਗੇ ਜਾ ਕੇ ਗੋਤੇ ਖਾਂਦਾ ਹੈ ਅਤੇ ਉਸ ਦਾ ਬੁਰਾ ਮੰਦਾ ਹਾਲ ਇਉਂ ਹੁੰਦਾ ਹੈ ਜਿਉਂ ਜਲ ਤੋਂ ਬਾਹਰ ਕੱਢੀ ਹੋਈ ਮਛਲੀ ਦੇ ਤੜਫੇਵੇਂ ਦਾ ਹੁੰਦਾ ਹੈ। ਐਸੇ ਸਾਕਤ ਪੁਰਸ਼ ਨੂੰ 84 ਨਰਕ ਭੋਗਣੇ ਪੈਂਦੇ ਹਨ। ਇਹ ਕੋਈ ਉਸ ਨਾਲ ਅਨਰਥ ਅਨਿਆਉ ਨਹੀਂ ਹੁੰਦਾ। ਜੈਸਾ ਉਸਨੇ ਪੂਰਬਲੇ ਜਨਮ ਵਿਖੇ ਕਰਮ ਕੀਤਾ ਹੋਇਆ ਹੁੰਦਾ ਹੈ, ਤੈਸਾ ਹੀ ਫਲ ਉਸ ਨੂੰ ਭੋਗਣਾ ਪੈਂਦਾ ਹੈ। ਕਿਰਤ ਕਰਮ ਦਾ ਬੱਧਾ ਹੋਇਆ ਉਹ ਨਰਕਾਂ ਵਿੱਚ ਗ੍ਰਸਿਆ ਜਾਂਦਾ ਹੈ। ਅੱਗੇ ਚੱਲ ਕੇ ਅਤ ਭੀੜੀ ਅਤੇ ਖੰਡੇ ਦੀ ਧਾਰ ਵਰਗੀ ਤਿੱਖੀ ਗਲੀ ਵਿੱਚ ਦੀ ਉਸ ਨੂੰ ਲੰਘਣਾ ਪੈਂਦਾ ਹੈ ਅਤੇ ਧਰਮ ਰਾਏ ਦਾ ਲੇਖਾ ਦੇਣਾ ਪੈਂਦਾ ਹੈ। ਉੱਥੇ ਇਉਂ ਪੀੜਿਆ ਜਾਂਦਾ ਹੈ ਜਿਉਂ ਕੋਲੂ ਵਿੱਚ ਤਿਲ ਪੀੜੇ ਜਾਂਦੇ ਹਨ। ਉੱਥੇ ਉਸ ਦਾ ਕੋਈ ਬੇਲੀ ਨਹੀਂ ਬਣਦਾ। ਨਾ ਮਾਤ ਪਿਤਾ, ਨਾ ਇਸਤਰੀ, ਨਾ ਪੁੱਤਰ, ਜਿਨ੍ਹਾਂ ਦੀ ਖਾਤਰ ਉਹ ਖੋਟੇ ਕਰਮ ਕਰ ਸਾਰੀ ਉਮਰ ਪਾਪ ਕਮਾਉਂਦਾ ਰਿਹਾ ਹੁੰਦਾ ਹੈ। ਉਹਨਾਂ ਦੀ ਮੋਹ ਮਮਤਾ ਵਿੱਚ ਗ੍ਰਸਿਆ ਹੋਇਆ ਨਾਮ ਜਪਣ ਦੇ ਮੁਗਤ ਸੁਮਾਰਗੀ ਰਾਹੇ ਨਹੀਂ ਪੈਂਦਾ, ਕਿਉਂਕਿ ਕੇਵਲ ਹੋਛੇ ਰਸਾਂ ਕਸਾਂ ਨੂੰ ਛੱਡ ਕੇ ਨਾਮ ਰਸ ਰਤਿਆਂ ਹੀ ਇਹਨਾਂ ਨਰਕ ਪ੍ਰਾਇਣੀ ਅਪਦਾਵਾਂ ਤੋਂ ਛੁਟਕਾਰਾ ਹੁੰਦਾ ਹੈ ਅਤੇ ਮੋਖ ਦੁਆਰਾ ਮਿਲਦਾ ਹੈ। ਇੱਕ ਐਸੇ ਹੀ ਵਡਭਾਗੇ ਹਨ ਜੋ ਉਮਰ ਭਰ ਸੇਵਾ ਭਗਤੀ ਵਿੱਚ ਲੱਗੇ ਰਹਿੰਦੇ ਹਨ। ਉਹਨਾਂ ਦੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਹਨ। ਸਤਿਗੁਰੂ ਉਹਨਾਂ ਨੂੰ ਦਰਗਾਹ ਅੰਦਰ ਛਡਾਏ ਲੈਂਦਾ ਹੈ, ਸਗੋਂ ਉਹਨਾਂ ਨੂੰ ਸੱਚੀ ਦਰਗਾਹੇ ਸੱਚੀ ਵਡਿਆਈ ਮਿਲਦੀ ਹੈ। ਇਸ ਗੁਰਵਾਕ ਤੋਂ ਸਿੱਧ ਹੋਇਆ ਕਿ ਪਾਪੀ ਪੁਰਸ਼ਾਂ ਨੂੰ ਇੱਕ ਨਰਕ ਨਹੀਂ 84 ਨਰਕ ਭੋਗਣੇ ਪੈਂਦੇ ਹਨ ਅਤੇ ਪਾਪਾਂ ਅਤੇ ਕਰਮਾਂ ਅਨੁਸਾਰ ਨਰਕ ਭੋਗਣੇ ਪੈਂਦੇ ਹਨ। 84 ਲੱਖ ਜੂਨੀਆਂ ਵਿੱਚ ਪੈਣ ਨਿਕਲਣ ਰੂਪ ਨਰਕ ਵੱਖਰੇ ਰਹੇ। 84 ਦੇ ਗੇੜ ਵਿੱਚ ਪੈਣਾ ਵੀ ਨਰਕ ਭੋਗਣਾ ਹੀ ਹੈ, ਪਰ ਨਿਰਾ ਇਸੇ ਉੱਤੇ ਹੀ ਨਰਕ ਭੁਗਤਣ ਦਾ ਇਕਤਫਾ ਨਿਰਭਰ ਨਹੀਂ। ਅਗਲੀ ਦਰਗਾਹ ਦੇ ਧਰਮ ਰਾਏ ਦੀ ਸਜ਼ਾਏ ਵਾਲੇ ਨਰਕ ਅਵਸ਼ ਭੋਗਣੇ ਪੈਂਦੇ ਹਨ। ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਜੰਮਣ ਮਰਨ ਦੇ ਦੁੱਖਾਂ ਵਿੱਚ ਪੈਣ ਤੋਂ ਹੀ ਮੁਰਾਦ ਨਰਕਾਂ ਵਿੱਚ ਪੈਣ ਦੀ ਹੈ। ਇਹ ਉਹਨਾਂ ਦੀ ਖਾਮ ਖਿਆਲੀ ਹੈ। ਉਹ ਕਹਿੰਦੇ ਹਨ ਕਿ ਇਸ ਲੋਕ ਵਿਖੇ ਹੀ ਦੁੱਖਾਂ ਸੁੱਖਾਂ ਰੂਪੀ ਨਰਕ ਸੁਰਗ ਭੁਗਤ ਲਈਦੇ ਹਨ। ਅੱਗੇ ਚੱਲ ਕੇ ਨਰਕ ਸੁਰਗ ਨਹੀਂ ਭੁਗਤੀਂਦੇ, ਕਿਉਂਕਿ ਉਹਨਾਂ ਦੇ ਖਿਆਲ ਅੰਦਰ ਨਾ ਕੋਈ ਅੱਗਾ ਹੈ, ਨਾ ਨਰਕ ਸੁਰਗ ਹਨ, ਨਾ ਧਰਮ ਰਾਏ ਹੈ, ਨਾ ਹੀ ਧਰਮ ਰਾਏ ਦੇ ਦੂਤ ਹਨ। ਪਰ ਇਸ ਗੁਰਵਾਕ ਤੋਂ ਤਾਂ ਸਭ ਕੁਝ ਹੀ ਸਿੱਧ ਹੋ ਗਿਆ। ਖੰਡੇ ਧਾਰ ਭੀੜੀ ਗਲੀ ਵਿੱਚ ਦੀ ਲੰਘਣਾ ਵੀ ਸਿੱਧ ਹੋ ਗਿਆ। ਇੱਥੇ ਇਸ ਦੁਨੀਆ ਅੰਦਰ ਐਸੀ ਕਿਹੜੀ ਗਲੀ ਕਿਸੇ ਨੇ ਦੇਖੀ ਪਰਖੀ ਹੈ ਜੋ ਖੰਡਿਓਂ ਤਿੱਖੀ ਅਤੇ ਵਾਲੋਂ ਨਿੱਕੀ ਹੋਵੇ। ਐਸੀ ਭੀੜੀ ਤਿੱਖੀ ਖੰਡੇ ਧਾਰ ਗਲੀ ਤਾਂ ਅਗਲੇ ਲੋਕ ਵਿੱਚ ਹੀ ਹੈ। ਇਸੇ ਗੁਰਵਾਕ ਤੋਂ ਜਮਜਾ ਗਾਤੀ ਵੀ ਸਿੱਧ ਹੁੰਦੇ ਹਨ ਜੋ ਜਾਗਾਤ ਲੈਂਦੇ ਹਨ ਅੱਗੇ ਗਏ ਜੀਵ ਤੋਂ। ਇਹ ਵੀ ਸਿੱਧ ਹੁੰਦਾ ਹੈ ਕਿ ਧਰਮ ਰਾਏ ਅੱਗੇ ਐਸੇ ਜੀਵਾਂ ਨੂੰ ਲੇਖਾ ਦੇਣਾ ਪੈਂਦਾ ਹੈ। ਤਿਲ ਕੋਲੂ ਪੀੜੇ ਜਾਣ ਦੀ ਸਜ਼ਾ ਮਿਲਦੀ ਹੈ। ਐਸੇ ਗੁਰਵਾਕਾਂ ਨੂੰ ਪੜ੍ਹ ਸੁਣ ਕੇ ਸਾਰ ਗਰਾਹੀ ਜਗਿਆਸੂਆਂ ਨੂੰ ਭੈ ਭੀਤ ਹੋ ਕੇ ਪਾਪ ਕਰਮਾਂ ਤੋਂ ਹਟਣਾ ਸਕੁੰਚਣਾ ਚਾਹੀਦਾ ਹੈ। ਪਾਪਿਸ਼ਟ ਸਾਖਤਾਂ ਵਾਲੀ ਦਸ਼ਾ ਚੋਂ ਨਿਕਲ ਕੇ ਗੁਰੂ ਦੁਆਰੇ ਹੋਏ ਸਾਹਿਬ ਸੰਭਾਲਣਾ ਅਤੇ ਫੇਰ ਸਾਰੀ ਉਮਰ ਗੁਰੂ ਗੁਰੂ ਕਰਦਿਆਂ ਹੀ ਬਿਤਾਉਣੀ ਚਾਹੀਦੀ ਹੈ, ਤਾਂ ਜਾ ਕੇ ਨਿਸਤਾਰਾ ਛੁਟਕਾਰਾ ਹੁੰਦਾ ਹੈ। ਨਹੀਂ ਤਾਂ ਅਵਸ਼ ਉੱਪਰ ਦਸੀਆਂ ਸਜ਼ਾਵਾਂ ਭੁਗਤਣੀਆਂ ਪੈਣਗੀਆਂ। ਹੇ ਕਰਤਾਰ, ਹੇ ਗੁਰੂ ਦਾ ਤਾਰ, ਬਖਸ਼ ਲੈ ਪਾਪ ਕਰੇਂਦਣਾ ਨੂੰ ਅਤੇ ਆਪਣੇ ਪੰਨੇ ਪਾਏ ਲੈ, ਛਡਾਏ ਲੈ ਨਰਕਾਂ ਦਿਆਂ ਫੇੜੇ ਫੜਿਆਂ ਨੂੰ।
ਮਨਮੁੱਖਾਂ ਦੀ ਜੋ ਗਤ ਇੱਥੇ ਉੱਥੇ ਹੁੰਦੀ ਹੈ, ਉਸ ਦਾ ਹੂ ਬਹੂ ਫੋਟੋ ਖਿੱਚ ਕੇ ਅਗਲੇ ਗੁਰਵਾਕ ਅੰਦਰ ਪੇਸ਼ ਕੀਤਾ ਗਿਆ ਹੈ। ਗੁਰਵਾਕ: ਮਨਮੁਖ ਅੰਧਲੇ ਸੋਝੀ ਨਾਹੀਂ, ਆਵੈਂ ਜਾਹੇ ਮਰੈ ਮਰ ਜਾਹੀਂ। ਪੂਰਬ ਲਿਖਿਆ ਲੇਖ ਨ ਮਿਟਈ, ਜਮਦਰ ਅੰਧ ਖੁਆਰਾ ਹੈ। ਇਕ ਆਵੈਂ ਜਾਵੈਂ ਘਰ ਵਾਸ ਨ ਪਾਵੈਂ, ਕਿਰਤ ਕੇ ਬਾਧੇ ਪਾਪ ਕਮਾਵੈਂ। ਅੰਧਲੇ ਸੋਝੀ ਬੂਝ ਨ ਕਾਈ, ਲੋਭ ਬੁਰਾ ਅਹੰਕਾਰਾ ਹੈ। ਪ੍ਰੇਤ ਪਿੰਜਰ ਮੈਂ ਦੁਖ ਘਨੇਰੇ, ਨਰਕ ਪਚੈ ਅਗਿਆਨ ਅੰਧੇਰੇ। ਧਰਮ ਰਾਏ ਕੀ ਬਾਕੀ ਲੀਜੈ, ਜਿਨ ਹਰ ਕਾ ਨਾਮ ਵਿਸਾਰਾ ਹੈ। ਪੁੱਤਰ ਕਲਤਰ ਜਗ ਹੇਤ ਪਿਆਰਾ, ਮਾਇਆ ਮੋਹ ਪਸਰਿਆ ਪਾਸਾਰਾ। ਜਮ ਕੇ ਫਾਹੇ ਸਤਗੁਰ ਤੋੜੇ, ਗੁਰਮੁਖ ਤਤ ਵਿਚਾਰਾ ਹੈ। ਖੇਹੂ ਖੇ ਰਲੈ ਤਨ ਛੀਜੈ, ਮਨਮੁਖ ਪਾਥਰ ਸੈਲ ਨ ਭੀਜੈ। ਕਰਨ ਪਲਾਵ ਕਰੇ ਬਹੁ ਤੇਰੇ, ਨਰਕ ਸੁਰਗ ਅਵਤਾਰਾ ਹੈ। ਮਾਰੂ ਮਹਲਾ ਪਹਿਲਾ। ਭਾਵ ਮਨਮੁਖ ਅੰਧਲੇ ਪੁਰਸ਼ ਨੂੰ ਨਾ ਅੱਗੇ ਦੀ ਨਾ ਪਰਮਾਰਥ ਦੀ ਸੋਝੀ ਹੁੰਦੀ ਹੈ। ਉਹ ਮੁੜ ਮੁੜ ਆਉਂਦਾ ਜਾਂਦਾ ਹੈ ਅਤੇ ਮਰ ਮਰ ਕੇ ਫੇਰ ਜੂਨੀ ਪੈਂਦਾ ਹੈ। ਉਹ ਜਮਪੁਰੀ ਦੇ ਅੰਧ ਗੁਬਾਰ ਦੁਆਰੇ ਖੁਆਰ ਹੁੰਦਾ ਹੈ। ਇਸੇ ਤਰ੍ਹਾਂ ਹੋਰ ਅਨੇਕਾਂ ਐਸੇ ਮਨਮੁਖ ਸਾਕਤ ਨਰ ਆਵਾਗਾਉਣ ਦੇ ਗੇੜ ਵਿੱਚ ਪੈਂਦੇ ਹਨ। ਸੱਚੀ ਦਰਗਾਹ ਦੇ ਅਸਲੀ ਘਰ ਵਿਖੇ ਅਸਥਿਤੀ ਨਹੀਂ ਪਾਉਂਦੇ, ਸਗੋਂ ਪਾਪ ਕਮਾਉਂਦੇ ਹਨ ਅਤੇ ਲੋਭ ਹੰਕਾਰ ਦੇ ਲੱਦੇ ਹੋਏ ਫਿਰਦੇ ਹਨ। ਤਿਨਾਂ ਅੰਧਲਿਆਂ ਨੂੰ ਸੁਕ੍ਰਿਤ ਕਰਮਾਂ ਦੇ ਕਰਨ ਦੀ ਸੂਝ-ਬੂਝ ਹੀ ਕੋਈ ਨਹੀਂ ਪੈਂਦੀ। ਸੇ ਪ੍ਰੇਤ ਜੋਨ ਵਿੱਚ ਜਾ ਪੈਂਦੇ ਹਨ। ਇਸ ਪ੍ਰੇਤ ਪਿੰਜਰ ਵਿੱਚ ਬੜੇ ਹੀ ਘਨੇਰੇ ਅਤੇ ਭਿਅੰਕਰ ਦੁੱਖ ਭੋਗਣੇ ਪੈਂਦੇ ਹਨ। ਫੇਰ ਨਰਕਾਂ ਵਿੱਚ ਜਾ ਕੇ ਪਚਦੇ ਹਨ, ਜਿੱਥੇ ਨਿਰਾ ਘੋਰ ਕੁੱਪ ਅਗਿਆਨ ਅੰਧੇਰਾ ਹੀ ਹੁੰਦਾ ਹੈ। ਧਰਮ ਰਾਏ ਦੀ ਨਿਕਲੀ ਬਾਕੀ ਤਿਨਾਂ ਨੂੰ ਅਵਸ਼ ਹੀ ਦੇਣੀ ਪੈਂਦੀ ਹੈ। ਇਹ ਉਹਨਾਂ ਦਾ ਹਾਲ ਹੁੰਦਾ ਹੈ ਜਿਨ੍ਹਾਂ ਨੇ ਮਨੁੱਖਾ ਜਨਮ ਧਾਰ ਕੇ ਨਾਮ ਨਹੀਂ ਜਪਿਆ ਹੁੰਦਾ। ਇਸ ਜਗਤ ਸੰਸਾਰ ਵਿਖੇ ਇਸਤਰੀ ਪੁੱਤਰ ਦਾ ਹੇਤ ਪਿਆਰ ਹੀ ਮਨਮੁਖ ਪੁਰਸ਼ਾਂ ਉੱਤੇ ਪ੍ਰਬਲ ਹੁੰਦਾ ਹੈ। ਮਾਇਆ ਮੋਹ ਦੇ ਪਸਰੇ ਪਸਾਰੇ ਵਿੱਚ ਸਾਕਤ ਸੰਸਾਰੀ ਪੁਰਸ਼ ਖਪ ਖਪ ਸਾਰੀ ਉਮਰ ਮਰਦੇ ਹਨ। ਇਹ ਜਗ ਦੇ ਫਾਹੇ ਸਤਿਗੁਰ ਦੀ ਕਿਰਪਾ ਨਾਲ ਹੀ ਟੁੱਟ ਸਕਦੇ ਹਨ ਅਤੇ ਟੁੱਟਦੇ ਉਹਨਾਂ ਗੁਰਮੁਖਾਂ ਦੇ ਹਨ ਜਿਨ੍ਹਾਂ ਨੇ ਗੁਰਮਤਿ ਨਾਮ ਦਾ ਤਤ ਅਭਿਆਸ ਕਮਾਇਆ ਹੁੰਦਾ ਹੈ। ਸਾਕਤ ਮਨਮੁਖ ਪ੍ਰਾਣੀ ਪੱਥਰ ਦੀ ਸਿਲ ਦੀ ਨਿਆਈ ਹੁੰਦਾ ਹੈ। ਉਹ ਭਿੱਜਦਾ ਨਹੀਂ। ਮੁੜ ਮੁੜ ਕੇ ਅਨੇਕ ਦੇ ਜੂਨੀਆਂ ਧਾਰ ਧਾਰ ਕੇ ਉਹ ਖੇਹੂ ਖੇ ਰੁਲਦਾ ਫਿਰਦਾ ਹੈ। ਬਥੇਰੇ ਤਰਲੇ ਲੈਂਦਾ ਹੈ, ਪਰ ਉਸ ਦੇ ਤਰਲੇ ਲਿਆਂ ਬਣਦਾ ਕੁਛ ਨਹੀਂ। ਨਰਕਾਂ ਸੁਰਗਾਂ ਵਿੱਚ ਪਿਆ ਘੁੰਮਦਾ ਫਿਰਦਾ ਹੈ। ਇਸ ਗੁਰਵਾਕ ਅੰਦਰ ਵੀ ਨਰਕ ਸੁਰਗ ਤੋਂ ਬਿਨਾਂ ਜਮਪੁਰੀ ਅਤੇ ਆਵਾਗਾਉਣ ਦੀ ਹੋਂਦ ਸਿੱਧ ਹੁੰਦੀ ਹੈ ਅਤੇ ਅਗਲੀ ਦਰਗਾਹ ਵਿਖੇ ਨਿਆਉ ਨਿਬੇੜਨ ਹਾਰੇ ਧਰਮ ਰਾਏ ਦੀ ਕਚਹਿਰੀ ਦੀ ਪੇਸ਼ੀ ਭੁਗਤਣ ਦੀ ਸ਼ਾਦੀ ਵੀ ਮਿਲਦੀ ਹੈ। ਨਾਮ ਨਾ ਜਪਣ ਹਾਰੇ ਮਨਮੁਖ ਸਾਕਤ ਦਾ ਮਨ ਤਨ ਕੁਸ਼ਟੀ ਹੈ। ਉਹ ਅੱਗੇ ਜਾ ਕੇ ਨਰਕ ਵਿੱਚ ਵਾਸਾ ਪਾਉਂਦਾ ਹੈ। ਯਥਾ ਗੁਰਵਾਕ: ਬਿਨ ਨਾਮੈ ਮਨ ਤਨ ਹੈ ਕੁਸ਼ਟੀ, ਨਰਕੇ ਵਾਸਾ ਪਾਇੰਦਾ। ਮਾਰੂ ਮਹਲਾ ਤੀਜਾ। ਵਾਹਿਗੁਰੂ ਨਾਮ ਦਾ ਅਜੱਪਾ ਜਾਪ ਜਪ ਕੇ ਮਨੁੱਖਾ ਜਨਮ ਨੂੰ ਸਫਲਾ ਕੇ ਲੇਖੇ ਲਾ ਲਈਦਾ ਹੈ ਅਤੇ ਬਾਜ਼ੀ ਜਿੱਤ ਕੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਆ ਵਸੀਦਾ ਹੈ। ਰਸਕ ਰਸਕ ਗੁਣ ਗਾਉਣ ਹਾਰਿਆਂ ਵਾਹਿਗੁਰੂ ਦੇ ਪਿਆਰਿਆਂ ਨੂੰ 1,84 ਨਰਕ ਨਹੀਂ ਦੇਖਣੇ ਪੈਂਦੇ। ਮਨਮੁਖ ਸਾਕਤਾਂ ਨੂੰ ਇਹ 1,84 ਨਰਕ ਸਾਰੇ ਭੁਗਤਣੇ ਪੈਂਦੇ ਹਨ। ਯਥਾ ਗੁਰਵਾਕ: ਹਰ ਕਾ ਜਾਪ ਜਪੋ ਜਪ ਜਪਨੇ, ਜੀਤ ਆਵੋ ਵਸੋ ਘਰ ਆਪਣੇ। 1,84 ਨਰਕ ਨ ਦੇਖੋ, ਰਸਕ ਰਸਕ ਗੁਣ ਗਾਈ ਹੈ। ਮਾਰੂ ਸੋਲ੍ਹੇ ਮਹਲਾ ਪੰਜਵਾਂ। ਅਗਲੇ ਗੁਰਵਾਕ ਅੰਦਰ ਨਿਗੁਰੇ ਮਨਮੁੱਖਾਂ ਸਾਕਤਾਂ ਦੀ ਨਰਕਗਾਮੀ ਗਤੀ ਫੇਰ ਕੈਸੀ ਭਿਅੰਕਰਣੀ ਦੱਸੀ ਗਈ ਹੈ। ਯਥਾ ਗੁਰਵਾਕ: ਰੇ ਮਨ ਲੋਭੀ ਸੁਣ ਮਨ ਮੇਰੇ, ਸਤਗੁਰ ਸੇਵ ਦਿਨ ਰਾਤ ਸਦੇਰੇ। ਬਿਨ ਸਤਗੁਰ ਪਚ ਮੂਏ ਸਾਕਤ, ਨਿਗੁਰੇ ਗਲ ਜਮ ਫਾਸਾ ਹੈ। ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਫਿਰ ਚੋਟਾਂ ਖਾਵੈ। ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨ ਮਾਸਾ ਹੈ। ਮਾਰੂ ਸੋਲ੍ਹੇ ਮਹਲਾ ਪੰਜਵਾਂ। ਇਸ ਗੁਰਵਾਕ ਅੰਦਰ ਜਗਿਆਸੂ ਮਨ ਨੂੰ ਸੋਹੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਿਆ ਪਿਆਰ ਨਾਲ ਸਮਝੌਤੀਆਂ ਦਿੰਦੇ ਹਨ। ਆਪਣੇ ਨਿਜ ਮਨ ਨੂੰ ਸੰਬੋਧਨ ਕਰਕੇ, ਹੇ ਮਨ ਲੋਭੀ,
ਤੂੰ ਸੱਚੀ ਸਿੱਖਿਆ ਨੂੰ ਸੁਣ ਕੰਨ ਲਾ ਕੇ। ਸਤਿਗੁਰੂ ਦੀ ਦ੍ਰਿੜਾਈ ਦੀਕਸ਼ਾਈ ਸੇਵਾ ਭਗਤੀ ਕਰ ਤੂੰ ਦਿਨ ਰਾਤ ਇੱਕ ਕਰਕੇ। ਹਰ ਛਿਨ ਸਦਾ ਸਦਾ ਵਾਹਿਗੁਰੂ ਨਾਮ ਦਾ ਜਾਪ ਅਭਿਆਸ ਕਰ। ਪਹਿਲਾਂ ਗੁਰੂ ਨਾਨਕ ਘਰ ਦਾ ਅੰਮ੍ਰਿਤਧਾਰੀ ਸਿੱਖ ਬਣ ਕੇ ਗੁਰੂਦੁਆਰਿਓਂ ਪੰਜਾਂ ਪਿਆਰਿਆਂ ਰਾਹੀਂ ਗੁਰ ਦੀਖਿਆ ਗੁਰ ਮੰਤਰ ਲਈਦਾ ਏ ਤਾਂ ਗੁਰਮੁਖ ਸਗੁਰੇ ਸਿੱਖ ਬਣੀਦਾ ਹੈ, ਨਹੀਂ ਤਾਂ ਨਿਗੁਰੇ ਹੀ ਰਹੀਦਾ ਹੈ। ਇਸ ਬਿਧ ਸਤਿਗੁਰੂ ਧਾਰਨ ਕੀਤੇ ਬਿਨਾਂ ਸਾਕਤ ਨਿਗੁਰੇ ਪਚ ਮਰਦੇ ਹਨ ਅਤੇ ਅਨੇਕਾਂ ਅਸੰਖ ਬਿਗਤੇ ਹੀ ਮਰ ਗਏ ਹਨ। ਨਿਗੁਰਿਆਂ ਸਾਕਤਾਂ ਦੇ ਗਲਾਂ ਵਿੱਚ ਅੱਗੇ ਗਿਆਂ ਜਮਾਂ ਦੀ ਫਾਸ ਪੈਂਦੀ ਹੈ। ਮਨਮੁਖ ਸਾਕਤ ਪੁਰਸ਼ ਮੁੜ ਆਉਂਦਾ ਜਾਂਦਾ ਹੈ ਅਤੇ ਫਿਰ ਚੋਟਾਂ ਖਾਂਦਾ ਹੈ। ਜਿਤਨੇ ਵੀ ਨਰਕ ਹਨ ਸੋ ਮਨਮੁਖ ਸਾਕਤ ਪੁਰਸ਼ ਭੋਗਦਾ ਹੈ। ਗੁਰਮੁਖ ਜਨ ਨੂੰ ਇਹਨਾਂ ਨਰਕਾਂ ਦਾ ਲੇਪ ਮਾਤਰ ਵੀ ਨਹੀਂ ਲੱਗਦਾ। ਇਸ ਗੁਰਵਾਕ ਤੋਂ ਸਿੱਧ ਹੋਇਆ ਕਿ ਅਗਲੀ ਦਰਗਾਹ ਵਿੱਚ ਇੱਕ ਨਹੀਂ ਅਨੇਕਾਂ ਪ੍ਰਕਾਰ ਦੇ ਨਰਕ ਹਨ, ਸੋ ਸਾਰੇ ਹੀ ਸਾਕਤ ਨਿਗੁਰੇ ਮਨਮੁਖਾਂ ਨੂੰ ਭੋਗਣੇ ਪੈਣੇ ਹਨ। ਅਗਲੇਰੇ ਗੁਰਵਾਕ ਅੰਦਰ ਸਪਸ਼ਟ ਕੀਤਾ ਗਿਆ ਹੈ ਕਿ ਗੁਰੂ ਸਿਮਰਨ ਹਾਰਾ ਗੁਰੂ ਦਾ ਸੇਵਕ ਸਿੱਖ ਨਰਕ ਨਹੀਂ ਜਾਂਦਾ, ਨਾ ਜਮਾਂ ਦੀ ਮਾਰ ਸਹਿੰਦਾ ਹੈ। ਯਥਾ ਗੁਰਵਾਕ ਗੁਰ ਸਿਮਰਤ ਸਭ ਕਿਲ ਵਿਖ ਨਾਸੈ, ਗੁਰ ਸਿਮਰਤ ਜਮ ਸੰਗ ਨ ਫਾਸੈ, ਗੁਰ ਸਿਮਰਤ ਮਨ ਨਿਰਮਲ ਹੋਵੈ, ਗੁਰ ਕਾਟੇ ਅਪਮਾਨਾ ਹੈ। ਗੁਰ ਕਾ ਸੇਵਕ ਨਰਕ ਨ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ, ਗੁਰ ਕਾ ਸੇਵਕ ਸਾਧ ਸੰਗ ਪਾਏ, ਗੁਰ ਕਰਦਾ ਨਿਤ ਜੀ ਦਾਨਾ ਹੈ। ਗੁਰਦੁਆਰੈ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਭਣੀਐ, ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਾਹ ਦੇਵੈ ਮਾਨਾ ਹੈ। ਮਾਰੂ ਸੋਲ੍ਹੇ ਮਹੱਲਾ ਪੰਜਵਾਂ। ਭਾਵ ਗੁਰੂ ਵਾਹਿਗੁਰੂ ਸਿਮਰਦਿਆਂ ਸਾਰੇ ਵੱਡੇ ਤੋਂ ਵੱਡੇ ਪਾਪ ਮਿਟ ਜਾਂਦੇ ਹਨ। ਗੁਰੂ ਵਾਹਿਗੁਰੂ ਸਿਮਰਦਿਆਂ ਅੱਗੇ ਜਾ ਕੇ ਜਮਾਂ ਦੇ ਟੇਟੇ ਨਹੀਂ ਚੜੀਦਾ ਅਤੇ ਜਮ ਜਾਲ ਵਿੱਚ ਨਹੀਂ ਫਸੀਦਾ। ਵਾਹਿਗੁਰੂ ਸਿਮਰਦਿਆਂ ਸਿਮਰਨ ਹਾਰੇ ਦਾ ਮਨ ਮੈਲ ਰਹਿਤ ਨਿਰਮਲ ਹੋ ਜਾਂਦਾ ਹੈ। ਜਿਨ੍ਹਾਂ ਦਾ ਮਾਨ ਕਿਤੇ ਵੀ ਨਹੀਂ ਹੁੰਦਾ, ਜਿੱਥੇ ਜਾਣ ਉੱਥੇ ਅਪਮਾਨ ਹੀ ਅਪਮਾਨ ਹੁੰਦਾ ਹੈ। ਗੁਰੂ ਸਿਮਰਦਿਆਂ ਉਹਨਾਂ ਦਾ ਅਪਮਾਨ ਕਿਤੇ ਵੀ ਨਹੀਂ ਹੁੰਦਾ। ਅਪਮਾਨ ਦੀ ਰੇਖਾ ਵਾਹਿਗੁਰੂ ਦਾ ਸਿਮਰਨ ਕੱਟ ਦਿੰਦਾ ਹੈ। ਅੱਗੇ ਜਾ ਕੇ ਉਸ ਦਾ ਆਦਰ ਹੁੰਦਾ ਹੈ ਅਤੇ ਇੱਥੇ ਵੀ ਗੁਰੂ ਵਾਹਿਗੁਰੂ ਸਿਮਰਨ ਹਾਰਾ ਗੁਰੂ ਕਾ ਸੇਵਕ ਸਿੱਖ ਸਚਿਆਰਾ ਅੱਗੇ ਜਾ ਕੇ ਨਰਕਾਂ ਵਿੱਚ ਨਹੀਂ ਜਾਂਦਾ, ਕਿਉਂਕਿ ਉਹ ਸਵਾਸ ਪਾਰ ਬ੍ਰਹਮ ਵਾਹਿਗੁਰੂ ਨੂੰ ਹੀ ਧਿਆਉਂਦਾ ਹੈ। ਜਿਹੜਾ ਜਗਿਆਸੂ ਗੁਰੂ ਘਰ ਦੀ ਸੰਗਤ ਸੱਚੀ ਸਾਧ ਸੰਗਤ ਵਿੱਚ ਜਾ ਕੇ ਸੇਵਾ ਭਾਵਨੀ ਦੁਆਰਾ ਪਰਮਾਰਥ ਦੀ ਅਤੇ ਸੱਚੇ ਨਾਮ ਦੀ ਯਾਚਨਾ ਕਰਦਾ ਹੈ, ਉਸ ਨੂੰ ਗੁਰੂਦੁਆਰਿਓਂ ਜੀ ਦਾਨ ਗੁਰਮੰਤਰ ਦੀਖਿਆ ਮਿਲਦੀ ਹੈ। ਇਸ ਬਿਧ ਗੁਰ ਦੀਖਿਆ ਗੁਰੂਦੁਆਰਿਓਂ ਗੁਰਮੰਤਰ ਗੁਰ ਸਤਨਾਮ ਦੀ ਲੈ ਕੇ ਜੋ ਗੁਰੂ ਵਾਹਿਗੁਰੂ ਦਾ ਨਿਸਬਾਸਰ ਅਜੱਪਾ ਜਾਪ ਕਰਦਾ ਹੈ, ਉਹ ਗੁਰਸਿੱਖ ਸੇਵਕ ਗੁਰ ਬਖਸ਼ਿਆ ਨਾਮ ਸਿਮਰਨ ਕਰਕੇ ਨਰਕ ਵਿੱਚ ਨਹੀਂ ਪੈਂਦਾ। ਗੁਰੂ ਬਿਨਾਂ ਆਪੋ ਨਾਮ ਕੋਈ ਜਪ ਨਹੀਂ ਸਕਦਾ। ਨਿਗੁਰੇ ਦਾ ਸੁਣਿਆ ਸੁਣਾਇਆ ਗੁਰ ਦੀਖਿਆ ਬਿਹੂਣਾ ਨਾਮ ਜਪਿਆ ਕਿਸੇ ਲੇਖੇ ਨਹੀਂ ਪੈਂਦਾ। ਅਵਲ ਤਾਂ ਉਸ ਤੋਂ ਨਾਮ ਸਿਮਰ ਹੀ ਨਹੀਂ ਹੁੰਦਾ। ਐਵੇਂ ਲੋਕਾਂ ਭਾਣੇ ਪਪ ਕਰਦਾ ਹੈ, ਸਭ ਬਿਰਥਾ ਹੀ ਜਾਂਦਾ ਹੈ। ਗੁਰੂਦੁਆਰਿਓਂ ਦੀਕਸ਼ਤ ਹੋਇਆ ਗੁਰਮੁਖ ਜਨ ਹੀ ਸਿਮਰਨ ਸਫਲਤਾ ਦੀ ਸਮਰੱਥਾ ਦਾ ਭਾਗੀ ਬਣਦਾ ਹੈ। ਇਸ ਬਿਧ ਸਤਿਗੁਰੂ ਨੂੰ ਭੇਟ ਕੇ ਜੋ ਜਨ ਵਾਹਿਗੁਰੂ ਨਾਮ ਮੁਖੋਂ ਉਚਾਰਦਾ ਹੈ, ਸਿਮਰਨ ਕਰ ਸਵਾਰਦਾ ਹੈ ਅਤੇ ਗੁਰੂ ਕੀ ਸੰਗਤ ਵਿੱਚ ਬਹਿ ਕੇ ਜਾਂ ਗੁਰੂਦੁਆਰੇ ਰਹਿ ਕੇ ਪ੍ਰੇਮ ਭਾਵਨਾ ਸਹਿਤ ਗੁਰਬਾਣੀ ਦਾ ਕੀਰਤਨ ਅਤੇ ਗੁਰਮਤਿ ਨਾਮਮਈ ਸਿਫਤ ਸਲਾਹ ਦਾ ਜਸ ਸੁਣਦਾ ਹੈ, ਉਸ ਦੇ ਸਾਰੇ ਕਲ ਕਲੇਸ਼ ਸਤਿਗੁਰੂ ਨਾਨਕ ਦਸ਼ਮੇਸ਼ ਸੱਚਾ ਪਾਤਸ਼ਾਹ ਆਪ ਮਿਟਾ ਦਿੰਦਾ ਹੈ ਅਤੇ ਉਸ ਨੂੰ ਸੱਚੀ ਦਰਗਾਹ ਅੰਦਰ ਸੱਚਾ ਆਦਰ ਮਾਣ ਦਿਵਾਉਂਦਾ ਹੈ। ਅਗਲੇ ਗੁਰਵਾਕ ਅੰਦਰ ਨਾਮ ਨਾ ਸਿਮਰਨ ਹਾਰੇ ਨੂੰ ਅਕਿਰਤ ਘਣ ਦੱਸਿਆ ਗਿਆ ਹੈ ਅਤੇ ਤਿਸ ਅਕਿਰਤ ਘਣ ਨੂੰ ਨਰਕਾਂ ਦਾ ਅਧਿਕਾਰੀ ਵਰਣਨ ਕੀਤਾ ਗਿਆ ਹੈ। ਯਥਾ ਗੁਰਵਾਕ ਜਾਤੇ ਬਿਰਥਾ ਕੋ ਨਾਹੀ, ਆਠ ਪਹਿਰ ਹਰ ਰਖ ਮਨ ਮਾਹੀ, ਸਾਧ ਸੰਗਤ ਭਜ ਅਚੁਤ ਸੁਆਮੀ, ਦਰਗਾਹ ਸ਼ੋਭਾ ਪਾਵਣਾ।
ਜਿਸਨੋਂ ਬਿਸਰੈ ਪੁਰਖ ਵਿਧਾਤਾ, ਜਲਤਾ ਫਿਰੈ ਰਹੈ ਨਿਤ ਤਾਤਾ। ਅਕਿਰਤ ਘਣੈ ਕੋ ਰਖੈ ਨ ਕੋਈ, ਨਰਕ ਘੋਰ ਮੈਂ ਪਾਵਣਾ। ਮਾਰੂ ਸੋਲ੍ਹੇ ਮਹੱਲਾ ਪੰਜਵਾਂ। ਭਾਵ ਜਿਸ ਵਾਹਿਗੁਰੂ ਤੋਂ ਬਿਰਥਾ ਬਾਹਰਾ ਕੋਈ ਨਹੀਂ, ਉਸ ਅਚੁੱਤ ਸੁਆਮੀ ਨੂੰ ਸਾਧ ਸੰਗਤ ਵਿਖੇ ਮਿਲ ਕੇ ਸਵਾਸ ਸਵਾਸ ਸਲਾਹਨ ਸਿਮਰਨ ਹਾਰੇ ਸਵਾਰਨ ਹਾਰੇ ਨੂੰ ਸੱਚੀ ਦਰਗਾਹ ਅੰਦਰ ਸ਼ੋਭਾ ਪਾਵਣ ਦਾ ਮਰਤਬਾ ਮਿਲਦਾ ਹੈ। ਜਿਸ ਨੂੰ ਕਰਨਹਾਰ ਕਰਤਾਰ ਵਿਧਾਤਾ ਕਦੇ ਚਿਤ ਨਹੀਂ ਆਉਂਦਾ, ਸਦਾ ਵਿਸਰਿਆ ਹੀ ਰਹਿੰਦਾ ਹੈ, ਉਹ ਸਦਾ ਜਲਦਾ ਹੀ ਫਿਰਦਾ ਰਹਿੰਦਾ ਹੈ। ਨਿਤ ਸੜੇ ਹੋਏ ਹਿਰਦੇ ਵਾਲਾ ਤੱਤਾ ਹੀ ਤੱਤਾ ਰਹਿੰਦਾ ਹੈ। ਠੰਡ ਤਾਂ ਪੈਂਦੀ ਹੈ ਕੇਵਲ ਨਾਮ ਸਿਮਰਿਆਂ, ਨਾਮ ਬਿਹੁੰਨੜੀ ਸਾਰੀ ਲੁਕਾਈ ਜਲਦੀ ਹੀ ਫਿਰਦੀ ਹੈ। ਇਸ ਜਗ ਜਲਦੇ ਭੁਜਦੇ ਸੜਦੇ ਨੂੰ ਦੇਖ ਕੇ ਹੀ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧੁਰ ਦਰਗਾਹੋਂ ਇਸ ਜਲਦੇ ਸੰਸਾਰ ਵਿੱਚ ਨਾਮ ਦੀ ਸੱਚੀ ਠੰਡ ਪਾਉਣ ਆਏ। ਜੋ ਅਭਾਗੇ ਪੁਰਸ਼ ਅਜੇ ਵੀ ਐਸਾ ਗੁਰੂ ਪਾ ਕੇ ਨਹੀਂ ਵਰਸਾਏ, ਸੱਚੀ ਨਾਮ ਦੀ ਠੰਡ ਲੈ ਕੇ ਉਹਨਾਂ ਨੇ ਜਲਦਾ ਬਲਦਾ ਸੜਦਾ ਹਿਰਦਾ ਠੰਡਾ ਨਹੀਂ ਕੀਤਾ, ਉਹਨਾਂ ਨੂੰ ਅੱਗੇ ਜਾ ਕੇ ਕਿਵੇਂ ਠੰਡ ਨਸੀਬ ਹੋਵੇਗੀ। ਜਿਹੜੇ ਨਾਮ ਬਿਹੁੰਨੜੇ ਇੱਥੇ ਇਸ ਲੋਕ ਵਿਖੇ ਜਲਦੇ ਬਲਦੇ ਸੜਦੇ ਹਨ, ਉਹਨਾਂ ਨੇ ਅੱਗੇ ਜਾ ਕੇ ਤਾਂ ਸੜਨਾ ਬਲਣਾ ਅਵਸ਼ ਹੀ ਹੋਇਆ। ਵਾਹਿਗੁਰੂ ਦਾ ਨਾਮ ਵਿਸਾਰਨ ਹਾਰੇ ਅਸਲ ਅਕਿਰਤ ਖਣ ਹਨ। ਐਸੇ ਅਕਿਰਤ ਖਣਾਂ ਦਾ ਇੱਥੇ ਉੱਥੇ ਕੋਈ ਰਖਵਾਲਾ ਨਹੀਂ, ਕੋਈ ਬਾਰੂ ਨਹੀਂ। ਉਹ ਅੱਗੇ ਅਗਾਹਾਂ ਪੁੱਜ ਕੇ ਨਰਕ ਘੋਰ ਵਿੱਚ ਹੀ ਪਾਏ ਜਾਂਦੇ ਹਨ। ਉਹਨਾਂ ਨੂੰ ਹੋਰ ਕੋਈ ਥਾਂ ਨਹੀਂ ਸਾਂਭਦਾ, ਨਰਕ ਹੀ ਸੰਭਾਲਦੇ ਹਨ। ਅਗਲਾ ਗੁਰਵਾਕ ਆਵਾ ਗੌਣ ਨਰਕ ਅਤੇ ਜਮਦੂਤ ਦੀ ਹੋਂਦ ਦੀ ਸ਼ਹਾਦਤ ਦਿੰਦਾ ਹੈ। ਯਥਾ ਗੁਰਵਾਕ ਅਨਿਕ ਜਨਮ ਭ੍ਰਮੇ ਜੋਨ ਮਾਹੇ, ਹਰ ਸਿਮਰਨ ਬਿਨ ਨਰਕ ਪਾਹੇ। ਭਗਤ ਬਿਹੁਨਾ ਖੰਡ ਖੰਡ, ਬਿਨ ਬੂਝੇ ਜਮ ਦੇਤ ਡੰਡ। ਬਸੰਤ ਮਹੱਲਾ ਪੰਜਵਾਂ। ਭਾਵ ਜੋ ਪ੍ਰਾਣੀ ਗੁਰਮਤ ਹੁਕਮਾਂ ਅਨੁਸਾਰ ਹਰ ਸਿਮਰਨ ਨਹੀਂ ਕਰਦਾ, ਉਹ ਅਨੇਕ ਜਨਮਾਂ ਲਈ ਜੂਨੀਆਂ ਵਿੱਚ ਭਰਮਦਾ ਹੈ ਅਤੇ ਅਵਸ਼ ਹੀ ਨਰਕੀ ਜਾ ਪੈਂਦਾ ਹੈ। ਭਗਤੀ ਬਿਹੁਨਾ ਨਰ ਲੁਚ ਲੁਚ ਕੇ ਮਰਦਾ ਹੈ। ਜੋ ਪ੍ਰਾਣੀ ਭਗਤੀ ਦੇ ਇਸ ਪਰਮ ਪਦ ਨੂੰ ਨਹੀਂ ਬੁੱਝਦਾ ਅਤੇ ਨਾ ਬੁੱਝਣ ਕਰਕੇ ਭਗਤੀ ਨਹੀਂ ਕਰਦਾ, ਉਸ ਨੂੰ ਜ਼ਰੂਰ ਜਮ ਦਾ ਡੰਡ ਸਹਿਣਾ ਪਊ। ਜਮ ਉਸ ਨੂੰ ਡੰਡ ਜ਼ਰੂਰ ਦੇਊ। ਨਰਕ ਘੋਰ ਗੁਬਾਰ ਦੇ ਅੰਨੇ ਖੂਹ ਵਿਖੇ ਪਤਿਤ ਪ੍ਰਾਣੀਆਂ ਸਾਕਤ ਪੁਰਸ਼ਾਂ ਨੂੰ ਜ਼ਰੂਰ ਪੈਣਾ ਪਊ। ਯਥਾ ਗੁਰਵਾਕ ਗ੍ਰਹਿ ਅੰਧ ਕੂਪ ਪਤਿਤ ਪ੍ਰਾਣੀ, ਨਰਕ ਘੋਰ ਗੁਬਾਰ। ਸਾਰੰਗ ਮਹੱਲਾ ਪੰਜਵਾਂ। ਮੌਤ ਰੂਪ ਬਿੱਲੇ ਤੋਂ ਅਤੇ ਮਰਨ ਕਾਲ ਦੇ ਤਰਾਸ ਤੋਂ ਬੇਮੁਖ ਦਾ ਬਚਾਓ ਕਦੇ ਨਹੀਂ ਹੁੰਦਾ। ਆਪਣੇ ਜਨ ਦਾ ਵਾਹਿਗੁਰੂ ਆਪ ਰਾਖਾ ਬਣਦਾ ਹੈ। ਬੇਮੁਖ ਦੀ ਪ੍ਰਤੀਤ ਕਿਤੇ ਵੀ ਨਹੀਂ ਰਹਿੰਦੀ। ਉਸ ਦਾ ਕਹਿਆ ਕੋਈ ਨਹੀਂ ਸੁਣਦਾ ਅਤੇ ਉਹਨੂੰ ਕਿਤੇ ਵੀ ਬਹਿਣਾ ਨਹੀਂ ਮਿਲਦਾ। ਇੱਥੇ ਇਸੇ ਲੋਕ ਵਿਖੇ ਦੁੱਖ ਅਤੇ ਅਗਲੇ ਲੋਕ ਵਿਖੇ ਨਰਕ ਪੁੰਚਦਾ ਹੈ ਅਤੇ ਬਹੁ ਜੋਨੀ ਭਰਮਦਾ ਫਿਰਦਾ ਹੈ। ਯਥਾ ਗੁਰਵਾਕ ਟੂਟੀ ਨਿੰਦਕ ਕੀ ਅਧ ਬੀਚ, ਜਨ ਕਾ ਰਾਖਾ ਆਪ ਸੁਆਮੀ, ਬੇਮੁਖ ਕੋ ਆਏ ਪਹੁੰਚੀ ਮੀਚ। ਰਹਾਓ ਉਸਕਾ ਕਹਿਆ ਕੋਇ ਨ ਸੁਣਈ, ਕਹੀ ਨ ਬੈਸਣ ਪਾਵੈ, ਇਹਾਂ ਦੁੱਖ ਆਗੈ ਨਰਕ ਪੁੰਚੈ, ਬਹੁ ਜੋਨੀ ਭਰਮਾਵੈ। ਸਾਰੰਗ ਮਹੱਲਾ ਪੰਜਵਾਂ। ਇਸ ਗੁਰਵਾਕ ਅੰਦਰ ਵੀ ਨਰਕ ਤੇ ਆਵਾਗੌਣ ਦੋ ਹੀ ਸਿੱਧ ਹੁੰਦੇ ਹਨ। ਅਗਲਾ ਗੁਰਵਾਕ ਇਸ ਗੱਲ ਨੂੰ ਪ੍ਰੋੜਤਾਉਂਦਾ ਹੈ ਕਿ ਜੋ ਪ੍ਰਾਣੀ ਨਾਮ ਸਿਮਰਨ ਦਾ ਗੁਰਮਤ ਮਾਰਗ ਵਿਸਾਰ ਕੇ ਆਨਮਤਾਂ ਦੇ ਮਾਰਗਾਂ ਤੇ ਚੱਲਦੇ ਹਨ, ਉਹ ਅਵਸ਼ਮੇਵ ਹੀ ਨਰਕ ਘੋਰ ਵਿੱਚ ਪੈਂਦੇ ਹਨ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਸਜ਼ਾਵਾਂ ਉਹਨਾਂ ਨੂੰ ਮਿਲਦੀਆਂ ਹਨ, ਜਿਨ੍ਹਾਂ ਦੀ ਸ਼ੁਮਾਰ ਗਿਣਤੀ ਕੋਈ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਉਹ ਲੋਕ ਅਨੇਕ ਪ੍ਰਕਾਰੀ ਗਰਭ ਜੋਨੀਆਂ ਵਿੱਚ ਭਰਮਦੇ ਫਿਰਦੇ ਹਨ। ਯਥਾ ਗੁਰਵਾਕ ਨਾਮ ਵਿਸਾਰ ਚੱਲੈ ਅਨ ਮਾਰਗ, ਨਰਕ ਘੋਰ ਮਹਿ ਪਾਹੇ, ਅਨੇਕ ਸਜ਼ਾਈ ਗਣਤ ਨ ਆਵੈ, ਗਰਭ ਹੈ ਗਰਭ ਭਰਮਾਹੇ। ਸਾਰੰਗ ਮਹੱਲਾ ਪੰਜਵਾਂ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਜਨਮ ਜੋਨੀਆਂ ਦੇ ਜੰਜਾਲਾਂ ਵਿੱਚ ਪੈਣਾ ਵੀ ਨਰਕ ਸਮਾਨ ਹੀ ਸਮਝਿਆ ਜਾਂਦਾ ਹੈ, ਪਰ ਇਸ ਤੋਂ ਇਹ ਭਾਵ ਨਹੀਂ ਕਿ ਜੋ ਕੁਝ ਨਰਕ ਸੁਰਗ ਹੈ ਇੱਥੇ ਹੀ ਹੈ, ਅੱਗੇ ਜਾ ਕੇ ਕੋਈ ਨਰਕ ਨਹੀਂ ਭੋਗਣਾ ਪੈਂਦਾ। ਇਸ ਪ੍ਰਕਾਰ ਦੇ ਮਾਇਆ ਜੰਜਾਲੀ ਨਰਕ ਪਰਥਾਏ ਹੀ ਇਹ ਅਗਲਾ ਗੁਰਵਾਕ ਆਉਂਦਾ ਹੈ ਅਤੇ ਦੱਸਦਾ ਹੈ
ਕਿ ਜਿਸ ਵਡਭਾਗੇ ਪ੍ਰਾਣੀ ਦਾ ਮਨ ਮਾਇਆ ਮੋਹ ਜੰਜਾਲ ਵਿੱਚੋਂ ਨਿਕਲ ਕੇ ਵਾਹਿਗੁਰੂ ਦੇ ਦਰਸ਼ਨ ਦੀ ਪਿਆਸ ਨਾਲ ਮੋਹਿਤ ਹੋ ਜਾਂਦਾ ਹੈ, ਉਸ ਦਾ ਮਾਨੋ ਨਰਕ ਵਿੱਚੋਂ ਧੂ ਕੇ ਕੱਢ ਲੈਣ ਦਾ ਸਰੰਜਾਮ ਸਤਿਗੁਰੂ ਬਣਾ ਦਿੰਦੇ ਹਨ। ਯਥਾ ਗੁਰਵਾਕ ਦਰਸ ਪਿਆਸ ਮੇਰਾ ਮਨ ਮੋਹਿਓ, ਕਾਢੀ ਨਰਕ ਤੇ ਧੂ। ਸਾਰੰਗ ਮਹੱਲਾ ਪੰਜਵਾਂ। ਦਰਸ਼ਨ ਪਿਆਸਾ ਵਾਲੀ ਪਰਮਾਰਥੀ ਜਗਿਆਸਣ ਇਸਤਰੀ ਪਰਥਾਏ ਇਹ ਵਾਕ ਉਚਾਰਨ ਹੋਇਆ ਹੈ। ਇਸ ਉੱਪਰਲੇ ਗੁਰਵਾਕ ਦਾ ਇਹ ਵੀ ਭਾਵ ਹੈ ਕਿ ਜੋ ਪਿਆਰੇ ਦੇ ਦਰਸ਼ਨ ਦੀਆਂ ਤਾਂਘਾਂ ਪਰਬਲ ਪਿਆਸ ਤਰੰਗਾਂ ਵਿੱਚ ਹੀ ਸਰੀਰ ਛੱਡ ਜਾਂਦੇ ਹਨ, ਉਹਨਾਂ ਨੂੰ ਵੀ ਅੱਗੇ ਜਾ ਕੇ ਨਰਕ ਪੈਂਦਿਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਧੂ ਕੇ ਕੱਢ ਲੈਂਦੇ ਹਨ। ਜੋ ਭਾਗਹੀਣ ਪ੍ਰਾਣੀ ਗੁਰੂ ਦੀ ਸਿੱਖਿਆ ਤੋਂ ਮੂੰਹ ਫੇਰ ਲੈਂਦਾ ਹੈ ਅਤੇ ਗੁਰੂ ਦੇ ਫਰਮਾਏ ਹੁਕਮ ਨੂੰ ਚਿੱਤ ਵਿੱਚ ਹੀ ਨਹੀਂ ਧਾਰਨ ਕਰਦਾ, ਸਗੋਂ ਉਲਟਾ ਵੱਡ ਆਚਾਰੀ ਹੋ ਕੇ ਬਹੁਤੀ ਸੰਪਤ ਸੰਚਣ ਵਿੱਚ ਲੱਗ ਜਾਂਦਾ ਹੈ, ਉਸ ਦੇ ਇਸ ਸੰਪੋਂ ਸੰਚਣ ਹਿਤ ਕੀਤੇ ਕਰਮ ਉਸ ਦੇ ਅੱਗੇ ਜਾ ਕੇ ਸਹਾਈ ਨਹੀਂ ਹੁੰਦੇ, ਸਗੋਂ ਨਰਕਾਂ ਦੇ ਪਾਤਰ ਬਣਾਉਂਦੇ ਹਨ ਅਤੇ ਸੱਚਮੁੱਚ ਨਰਕ ਵਿੱਚ ਜਾਏ ਪਾਉਂਦੇ ਹਨ। ਯਥਾ ਗੁਰਵਾਕ ਗੁਰ ਤੇ ਮੂੰਹ ਫੇਰੇ ਜੇ ਕੋਈ, ਗੁਰ ਕਾ ਕਹਿਆ ਨਾ ਚਿਤ ਧਰੈ, ਕਰ ਆਚਾਰ ਬਹੁ ਸੰਪੋ ਸੰਚੈ, ਜੋ ਕਿਛ ਕਰੈ ਸੋ ਨਰਕ ਪਰੈ। ਪ੍ਰਭਾਤੀ ਮਹੱਲਾ ਪਹਿਲਾ। ਭਾਵ ਜਿਤਨੇ ਵੀ ਚੱਜ ਆਚਾਰੀ ਵੱਡ ਕਰਤੂਤੇ ਅਤੇ ਬੜੀਆਂ ਜਾਇਦਾਦਾਂ ਸੰਪਤਾਵਾਂ ਵਾਲੇ ਮਾਇਕ ਵਡੇਰੂ ਪੁਰਸ਼ ਹਨ, ਉਹ ਸਾਰੇ ਹੀ ਨਰਕਪਾਤੀ ਜੀਵ ਹਨ। ਉਹਨਾਂ ਨੂੰ ਇਹਨਾਂ ਮਾਇਕ ਵਡਿਆਈਆਂ ਨੇ, ਆਚਾਰਵੰਤੀਆਂ ਨੇ ਅੱਗੇ ਜਾ ਕੇ ਨਿਮਖ ਮਾਤਰ ਵੀ ਸਹਾਈ ਨਹੀਂ ਹੋਣਾ, ਅਵਸ਼ ਹੀ ਉਹਨਾਂ ਨੂੰ ਨਰਕ ਵਿੱਚ ਪੈਣਾ ਪਊ। ਇੱਥੇ ਉਹ ਟਿੱਚ ਸਮਝਦੇ ਹਨ ਪਰਮਾਰਥੀ ਗੁਰਬੁਝਾਰਤਾਂ ਨੂੰ। ਨਾਮ ਧਰੀਕ ਸਿੱਖ ਸਦਾਏ ਕੇ ਆਪ ਹੁਦਰੇ ਹੀ ਚਲਦੇ ਹਨ, ਗੁਰੂ ਦੀ ਸਿੱਖਿਆ ਨੂੰ ਕੰਨਾਂ ਤੇ ਹੀ ਨਹੀਂ ਧਰਦੇ। ਐਸੇ ਗੁਰੂ ਤੋਂ ਮੂੰਹ ਫੇਰਨ ਹਾਰੇ ਪੁਰਸ਼ ਗੁਰੂ ਤੋਂ ਬੇਮੁਖ ਹੀ ਗਰਦਾਨੇ ਜਾਂਦੇ ਹਨ, ਉਹਨਾਂ ਨੂੰ ਕਿਤੇ ਢੋਈ ਨਹੀਂ ਮਿਲਦੀ। 4 ਦਿਨ ਦੀ ਫੋਕੀ ਮਾਇਕ ਵਡਿਆਈ ਹੀ ਮਿਲਦੀ ਹੈ, ਸੋ ਵੀ ਓਪਰੀ ਖੁਸ਼ੀ ਹੀ ਇਸ ਵਿੱਚ ਹੈ। ਅੰਦਰੋਂ ਉਹ ਬੜੇ ਦੁਖੀ ਹੁੰਦੇ ਹਨ, ਕਿਸੇ ਨੂੰ ਦੱਸਦੇ ਨਹੀਂ। ਕਰਤਾ ਪੁਰਖ ਵੀ ਸਭ ਕੁਝ ਅੰਦਰ ਦੀ ਗਤ ਨੂੰ ਜਾਣਦਾ ਹੀ ਹੈ। 5 ਦੂਤਾਂ ਵਿੱਚੋਂ ਨਰਕਗਾਮੀ ਕਰਨ ਲਈ ਕਾਮ ਦੀ ਕਰਤੂਤ ਸਭ ਤੋਂ ਭੈੜੀ ਹੈ। ਨਿਰਾ ਕਾਮ ਦੇ ਅਧੀਨ ਹੋਇਆ ਮਾਨਸ ਨਰਕ ਵਿੱਚ ਵਾਸਾ ਪਾਉਣ ਦਾ ਅਧਿਕਾਰੀ ਬਣ ਜਾਂਦਾ ਹੈ। ਬਹੁ ਜੋਨੀ ਭਰਮਾਵਣਾ ਵੀ ਕਾਮ ਦਾ ਹੀ ਕੰਮ ਹੈ। ਕਾਮੀ ਪੁਰਸ਼ ਦਾ ਚਿੱਤ ਸੁੰਦਰ ਕਾਮਣੀ ਨੂੰ ਦੇਖ ਕੇ ਛੇਤੀ ਹੀ ਚੁਰਾਇਆ ਜਾਂਦਾ ਹੈ। ਮਾਨਸ ਨੇ ਚਾਹੇ ਕਿਤਨੇ ਵੀ ਜਪ ਤਪ ਸੀਲਤਾ ਦੇ ਸਾਧਨ ਕੀਤੇ ਹੋਣ, ਕਾਮ ਦੇ ਅੱਗੇ ਖੁਰ ਕੇ ਬਿਦਾਰੇ ਜਾਂਦੇ ਹਨ। ਕਾਮ ਦਾ ਸਤਾਇਆ ਹੋਇਆ ਕਾਮੀ ਪੁਰਸ਼ 13 ਲੋਕਾਂ 4 ਕੁੰਟਾਂ ਵਿੱਚ ਸਤਾਇਆ ਭਰਮਾਇਆ ਜੂਨ ਜੁਨਾਇਆ ਫਿਰਦਾ ਹੈ। ਕਾਮ ਵਿੱਚ ਖਚਤ ਅਤੇ ਖੀਨ ਖਰਾਬ ਹੋਇਆ ਕਾਮੀ ਪੁਰਸ਼ ਅਨੇਕ ਜੋਨੀਆਂ ਵਿੱਚ ਪੈ ਕੇ ਜੰਮਦਾ ਮਰਦਾ ਹੈ। ਓੜਕ ਉਸ ਦਾ ਨਰਕ ਵਿੱਚ ਵਾਸਾ ਹੁੰਦਾ ਹੈ। ਅਨੇਕ ਉਪਾਵ ਕਰ ਵੀ ਨਰਕ ਵਿੱਚ ਪੈਣੋਂ ਬਚ ਨਹੀਂ ਸਕਦਾ। ਕੇਵਲ ਉਹੀ ਨਰ ਬਚਦੇ ਹਨ ਜਿਨ੍ਹਾਂ ਦੇ ਚੰਗੇ ਕਰਮ ਉਦੇ ਹੋ ਜਾਣ ਤੇ ਨਿਰਮਲ ਸਾਧ ਸੰਗਤ ਗੁਰੂ ਘਰ ਦੀ ਵਿੱਚ ਉਹਨਾਂ ਦਾ ਵਾਸਾ ਹੋ ਜਾਵੇ। ਪ੍ਰਾਸ਼ਚਿਤ ਕਰਨ ਅਤੇ ਪਸ਼ਚਾਤਾਪ ਕਰਕੇ ਮੰਦ ਕਰਮਾਂ ਨੂੰ ਛੱਡ ਦੇਣ ਅਤੇ ਵਾਹਿਗੁਰੂ ਦੀ ਓਟ ਲੈ ਲੈਣ। ਸਾਰਾ ਗੁਰਮਤਿ ਜੀਵਨ ਵਾਹਿਗੁਰੂ ਦੇ ਸਿਮਰਨ ਵਿੱਚ ਅਰਪਣ ਕਰ ਦੇਣ ਤਾਂ ਬਚਾਓ ਹੈ, ਨਹੀਂ ਤਾਂ ਨਰਕ ਵਿੱਚ ਨਿਵਾਸ ਜ਼ਰੂਰ ਹੈ। ਐਵੇਂ ਅਲਪ ਸੁਖ ਕਾਰਨ ਚੰਚਲ ਚਿੱਤ ਦੇ ਅਧੀਨ ਹੋ ਕੇ ਪਰਤ੍ਰੈ ਰਮਣ ਵਿੱਚ ਖਚਤ ਹੋ ਕੇ ਨਰਕਾਂ ਦੇ ਪਾਤਰ ਬਣ ਬੈਂਦੇ ਹਨ। ਇਸੇ ਭਾਵ ਦਾ ਸਹਿਸਕ੍ਰਿਤੀ ਸ਼ਲੋਕ ਵਿੱਚ ਇਹ ਗੁਰਵਾਕ ਵੀ ਆਉਂਦਾ ਹੈ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਭ੍ਰਮਾਵਣੈ, ਚਿਤ ਹਰਣੰ ਤ੍ਰੈ ਲੋਕ ਗਮਯੰ, ਜਪ ਤਪ ਸੀਲ ਬਿਦਾਰਣੈ। ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣੈ, ਤਵ ਭੈ ਬਿਮੁੰਚਿਤ ਸਾਧ ਸੰਗਮ, ਓਟ ਨਾਨਕ ਨਾਰਾਇਣੈ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ। ਨਰਕਾਂ ਤੋਂ ਬਚਣ ਲਈ ਇਸ ਗੁਰਵਾਕ ਦੇ ਭਾਵ ਅਨੁਸਾਰ ਬਹੁਤਾ ਕਾਮ ਨੂੰ ਵਸੀਕਾਰ ਕਰਨਾ ਪਰਮ ਲਾਜ਼ਮੀ ਹੈ। ਇਸ ਦਾ ਹੋਰ ਕੋਈ ਉਪਾਵ ਨਹੀਂ। ਸਾਧ ਸੰਗਤ ਕਰੇ ਅਤੇ ਨਾਮ ਵਿੱਚ ਲੀਨ ਹੋਵੇ। ਸਤਿਪੁਰਖ ਸਤ ਸਤ ਕਰਕੇ ਭਾਖਿਆ ਦਿੰਦੇ ਹਨ
ਕਿ ਵਾਹਿਗੁਰੂ ਨਾਮ ਵਰਗਾ ਹੀਰਾ ਪਦਾਰਥ ਛੱਡ ਕੇ ਜਿਹੜੇ ਆਦਮੀ ਹੋਰਨਾਂ ਕੰਮਾਂ ਵਿੱਚ ਖਚਤ ਹੋ ਕੇ ਪਰਾਈਆਂ ਆਸਾਂ ਤੇ ਪਰਾਏ ਆਸਰੇ ਤੱਕਦੇ ਫਿਰਦੇ ਹਨ, ਤੇ ਨਰ ਅਵਸ਼ ਦੋਜ਼ਖਾਂ ਨਰਕਾਂ ਨੂੰ ਜਾਣਗੇ। ਯਥਾ ਗੁਰਵਾਕ ਹਰ ਸੋ ਹੀਰਾ ਛੱਡ ਕੇ ਕਰੈ ਆਨ ਕੀ ਆਸ, ਤੇ ਨਰ ਦੋਜ਼ਖ ਜਾਹੇਂਗੇ ਸਤ ਭਾਖੈ ਰਵਿਦਾਸ। ਸ਼ਲੋਕ ਭਗਤ ਕਬੀਰ ਜੀ। ਅਗਲਾ ਗੁਰਵਾਕ ਤਪੇ ਦੋਜ਼ਖ ਨਰਕ ਦੀ ਖੂਬ ਸ਼ਾਦੀ ਭਰਦਾ ਹੈ। ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੈ, ਜਿਉ ਦਰਿਆਵੈ ਢਾਹਾ, ਅੱਗੇ ਦੋਜ਼ਖ ਤਪਿਆ ਸੁਣੀਐ, ਹੂਲ ਪਵੈ ਕਾਹਾਹਾ। ਸ਼ਲੋਕ ਫਰੀਦ ਜੀ। ਦੋਜ਼ਖ ਤਪਦੇ ਵਿੱਚ ਸੜਦੇ ਭੁਜਦੇ ਹੋਏ ਜੀਵ ਹਾਲ ਪੁਕਾਰ ਕਰਦੇ, ਹਾਹਾਕਾਰ ਕਰਦੇ ਸੁਣ ਕੇ ਹੀ ਸਰਬ ਦ੍ਰਿਸ਼ਟੀ ਦਿਵਤਾ ਵਾਲਿਆਂ ਦੀ ਇਹ ਸੱਚੀ ਸ਼ਹਾਦਤ ਗਵਾਹੀ ਹੈ। ਜਿਹੜੇ ਅਜੇ ਵੀ ਬੁਰੇ ਕਰਮ ਕਰਨੋਂ ਨਹੀਂ ਟਲਦੇ ਅਤੇ ਅਵੇਸਲੇ ਬੇਪਰਵਾਹ ਹੋਏ ਫਿਰਦੇ ਹਨ, ਉਹਨਾਂ ਦੀਆਂ ਆਪਣੀਆਂ ਅਮਲ ਕਰਨੀਆਂ ਹੀ ਦਰਗਾਹ ਵਿੱਚ ਜਾ ਕੇ ਉਗਾਈਆਂ ਦੇਣਗੀਆਂ। ਜਿਨ੍ਹਾਂ ਨੂੰ ਸੋਝੀ ਆ ਗਈ ਹੈ ਅਤੇ ਬੁਰੇ ਕਰਮਾਂ ਤੋਂ ਹਟ ਗਏ ਹਨ ਤੇ ਬੰਦਗੀ ਵਿੱਚ ਤਤਪਰ ਹੋ ਗਏ ਹਨ, ਉਹ ਦੋਜ਼ਖਾਂ ਦੀ ਅਗਨੀ ਤੋਂ ਬਚ ਜਾਣਗੇ। ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇਪਰਵਾਹਾ, ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਾਹ ਉਹ ਗਾਹਾ। ਸ਼ਲੋਕ ਫਰੀਦ ਜੀ। ਜੋ ਜਨ ਗੁਰਮਤਿ ਪ੍ਰੇਮ ਮਾਰਗ ਦੇ ਪਾਂਧੀ ਨਹੀਂ ਬਣਦੇ ਅਤੇ ਅਨ ਮਾਰਗਾਂ ਵਿੱਚ ਭੁੱਲੇ ਫਿਰਦੇ ਹਨ ਗਵਾਰਾਂ ਵਾਂਗੂ, ਉਹ ਵਾਹਿਗੁਰੂ ਨਾਮ ਨੂੰ ਤੇ ਵਾਹਿਗੁਰੂ ਨੂੰ ਵਿਸਰਾਏ ਕੇ ਨਰਕ ਅੰਧਿਆਰ ਅਵਸ਼ ਪੈਣਗੇ। ਇਸ ਵਿੱਚ ਰੰਚਕ ਸੰਦੇਹ ਨਹੀਂ। ਪੰਥਾ ਪ੍ਰੇਮ ਨ ਜਾਣਈ, ਭੁੱਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ। ਸ਼ਲੋਕ ਮਹਲਾ ਪੰਜਵਾਂ। ਨਰਕ ਸੁਰਗ ਦੇ ਵਿਸ਼ੇ ਤੇ ਇਸ ਤੋਂ ਵੱਧ ਹੋਰ ਲਿਖਣ ਦੀ ਲੋੜ ਨਹੀਂ। ਗੁਰਬਾਣੀ ਦੇ ਪ੍ਰਮਾਣਾਂ ਦੀ ਏਦੋਂ ਵੱਧ ਲੋੜ ਨਹੀਂ ਭਾਸਦੀ। ਬਥੇਰੇ ਪ੍ਰਮਾਣ ਵਿਆਖਿਆ ਸੰਯੁਕਤ ਦਿੱਤੇ ਗਏ ਹਨ। ਐਸਾ ਕੋਈ ਸ਼ਰਧਾਵਾਨ ਸਿੱਖ ਨਹੀਂ ਜੋ ਹੁਣ ਇਸ ਨਰਕ ਸੁਰਗ ਦੀ ਹੋਂਦ ਦੇ ਵਿਸ਼ੇ ਤੇ ਕਿੰਤੂ ਕਰੂਗਾ। ਹੁਣ ਅਗਲਾ ਵਿਸ਼ਾ ਜਮਦੂਤਾਂ ਜਾਂ ਜਮਾਂ ਦੀ ਹੋਂਦ ਸੰਬੰਧੀ ਹੈ, ਪਰ ਇਸ ਵਿਸ਼ੇ ਪਰਥਾਏ ਗੁਰਬਾਣੀ ਅੰਦਰ ਇਤਨੇ ਬੇਅੰਤ ਪ੍ਰਮਾਣ ਹਨ, ਜਿਨ੍ਹਾਂ ਦੀ ਹੋਂਦ ਵਿੱਚ ਕਿਸੇ ਗੁਰਸਿੱਖ ਨੂੰ ਇਸ ਵਿਸ਼ੇ ਬਾਰੇ ਕਿੰਤੂ ਕਰਨ ਦੀ ਗੁੰਜਾਇਸ਼ ਹੀ ਨਹੀਂ। ਪਰ ਆਮ ਤੌਰ ਤੇ ਦੇਖੀਦਾ ਹੈ ਕਿ ਗੁਰਬਾਣੀ ਦੇ ਪਾਠ ਵਿੱਚ ਤਤ ਖੋਜੀ ਜਨਾਂ ਤੋਂ ਬਿਨਾਂ ਹੋਰ ਕੋਈ ਜਮਾਂ ਦੇ ਵਿਸ਼ੇ ਨੂੰ ਗੌਰ ਕਰਕੇ ਦੇਖਦਾ ਵਿਚਾਰਦਾ ਹੀ ਨਹੀਂ। ਆਮ ਤੌਰ ਤੇ ਪਾਠ ਬਾਣੀ ਦਾ ਕਰਦਿਆਂ ਹੋਇਆਂ ਐਵੇਂ ਇਸ ਪ੍ਰਕਾਰ ਦੇ ਵਿਸ਼ਿਆਂ ਨੂੰ ਉੱਪਰ ਦੀ ਉਲੰਘ ਜਾਈਦਾ ਹੈ। ਇਸ ਕਰਕੇ ਅਗਲੇ ਕਾਂਡ ਵਿੱਚ ਜਿਤਨੇ ਵੀ ਅਤ ਜ਼ਰੂਰੀ ਗੁਰ ਪ੍ਰਮਾਣ ਇਸ ਵਿਸ਼ੇ ਉੱਤੇ ਦੇਣੇ ਦਰਕਾਰ ਹੋਏ, ਵਿਆਖਿਆ ਸੰਯੁਕਤ ਦੇ ਕੇ ਜਮ ਅਤੇ ਜਮਪੁਰੀ ਦੀ ਹੋਂਦ ਨੂੰ ਸਿੱਧ ਕੀਤਾ ਜਾਊ। ਜਿੱਥੇ ਜਿੱਥੇ ਅਤੀ ਲੋੜ ਪਈ ਵਿਆਖਿਆ ਦਿੱਤੀ ਜਾਊ, ਨਹੀਂ ਤਾਂ ਗੁਰ ਪ੍ਰਮਾਣ ਹੀ ਥੋੜੀ ਬਹੁਤੀ ਟੀਕਾ ਟਿੱਪਣੀ ਕਰਕੇ ਦਰਸਾਏ ਜਾਣਗੇ। ਵਿਸਥਾਰ ਦੇ ਭੈ ਕਰਕੇ ਸਮੁੱਚਿਆਂ ਗੁਰਵਾਕਾਂ ਦੀ ਵਿਆਖਿਆ ਤੋਂ ਸੰਕੋਚ ਹੀ ਕੀਤਾ ਜਾਊ। ਤਰਦੇ ਤਰਦੇ ਢੁਕਵੇਂ ਖੂਬ ਫਬਦੇ ਹੀ ਗੁਰ ਪ੍ਰਮਾਣ ਠੋਕ ਕੇ ਵਿਆਖਤ ਕੀਤੇ ਜਾਣਗੇ। ਕੁਝ ਥੋੜਿਆਂ ਦੀਆਂ ਟੀਕਾ ਟਿੱਪਣੀਆਂ ਕੀਤੀਆਂ ਜਾਣਗੀਆਂ। ਬਾਕੀ ਬਹੁਤ ਸਾਰੇ ਗੁਰ ਪ੍ਰਮਾਣ ਕੇਵਲ ਉਤਾਰਾ ਕਰਕੇ ਦਰਸਾਏ ਹੀ ਜਾਣਗੇ, ਵਿਆਖਿਆ ਵਿਸਥਾਰ ਵਿੱਚ ਨਹੀਂ ਆਉਣਗੇ।